ਵਿੱਚੋਂ ਕਿਹੜਾ ਦੋਸਤੋ ਆਈਡੈਂਟੀਫਾਇਰ ਦੀ ਜਿਹੜੀ ਹੈਗੀ ਆ ਹਾਂਜੀ ਇਜ਼ ਵੈਲਿਡ ਫॉर ਐਗਜ਼ਾਮਪਲ ਆਫ ਆਈਡੈਂਟੀਫਾਇਰ। ਤਾਂ ਇੱਥੇ ਦੋਸਤੋ ਕੁਝ ਗੜਬੜ ਆ, ਰੁਕੋ ਇਸ ਨੂੰ ਸਹੀ ਕਰਦੇ ਆਪਾਂ। ਤਾਂ ਦੋਸਤੋ ਇਹਦੇ ਵਿੱਚ ਤਾਂ ਇਹੀ ਪੁੱਛਿਆ ਹੋਇਆ ਵਾ ਇਹਨਾਂ ਨੇ ਕਿ ਬਈ ਜਿਹੜਾ ਹੈਗਾ ਤੁਹਾਡਾ ਆਈਡੈਂਟੀਫਾਇਰ ਦੀ ਜਿਹੜੀ ਹੈਗੀ ਆ ਦੋਸਤੋ ਆਪਣੀ ਉਦਾਹਰਣ ਯਾਨੀ ਕਿ ਐਗਜ਼ਾਮਪਲ ਕਿਹੜੀ ਹੈ ਥੱਲੇ, ਠੀਕ ਹੈ ਜੀ। ਤਾਂ ਇਹਦੇ ਵਿੱਚ ਆ ਰੋਲ ਨੰਬਰ ਜਿਹੜਾ ਹੁੰਦਾ ਵਾ ਦੋਸਤੋ ਇਹੀ ਤੁਹਾਡੀ ਉਦਾਹਰਣ ਹੁੰਦੀ ਆ। ਬਟ ਅਗਰ ਤੁਹਾਨੂੰ ਇੱਥੇ ਪੁੱਛ ਲੈਣ ਨੋਟ ਯਾਨੀ ਕਿ ਵਿਚ ਆਫ ਦਾ ਫੋਲੋਇੰਗ ਇਜ਼ ਨੋਟ ਵੈਲਿਡ ਐਗਜ਼ਾਮਪਲ ਆਫ ਆਈਡੈਂਟੀਫਾਇਰ, ਤਾਂ ਫਿਰ ਦੋਸਤੋ ਤੁਹਾਡਾ ਇੱਥੇ ਇਹ ਵਾਲਾ ਆਨਸਰ ਆਊਗਾ ਪਰਸੈਂਟੇਜ ਏਜ ਮਾਰਕਸ, ਠੀਕ ਹੈ ਜੀ। ਬਾਕੀ ਦੋਸਤੋ ਤੁਹਾਡਾ ਜਿਹੜਾ ਆਨਸਰ ਆ ਬੁੱਕ ਦੇ ਵਿੱਚ ਉਹ ਨਾ ਇੱਥੇ ਆਹੀ ਦਿੱਤਾ ਹੋਇਆ ਵਾ, ਚਾਹੇ ਤੁਹਾਡਾ ਨੋ ਲਿਖਿਆ ਹੋਵੇ ਜਾਂ ਫਿਰ ਦੋਸਤੋ ਇੰਗਲਿਸ਼ ਮੀਡੀਅਮ ਵਾਲਿਆਂ ਦਾ ਜਿਹੜਾ ਹੈਗਾ ਵਾ ਨੋ ਨਹੀਂ ਵੀ ਲਿਖਿਆ ਨਾ ਤਾਂ ਵੀ ਆਹ ਆਨਸਰ ਲਿਖਿਆ ਹੋਇਆ ਵਾ ਬੁੱਕ ਦੇ ਵਿੱਚ ਤੁਹਾਡੇ ਜਿਹੜੇ ਜਿਹੜਾ ਹੈਗਾ ਵਾ ਮਟੀਰੀਅਲ ਦੇ ਵਿੱਚ। ਤੇ ਬਾਕੀ ਦੋਸਤੋ ਅਗਰ ਨੋ ਨਹੀਂ ਵੀ ਲਿਖਿਆ ਜਾਂ ਫਿਰ ਨੋ ਲਿਖਿਆ ਵੀ ਹੋਇਆ ਤਾਂ ਵੀ ਇਹੀ ਆਨਸਰ ਦਿੱਤਾ ਹੋਇਆ ਵਾ। ਤੁਸੀਂ ਮੈਨੂੰ ਇਸ ਦਾ ਆਨਸਰ ਕਮੈਂਟ ਸੈਕਸ਼ਨ ਦੇ ਵਿੱਚ ਦੱਸਣਾ ਵਾ ਕਿ 5ਵੇਂ ਪ੍ਰਸ਼ਨ ਦਾ ਆਨਸਰ ਜਿਹੜਾ ਹੈਗਾ ਵਾ ਕੀ ਆਏਗਾ 5ਵੇਂ ਪ੍ਰਸ਼ਨ ਦਾ ਆਨਸਰ, ਠੀਕ ਹੈ ਜੀ। ਬਾਕੀ ਦੋਸਤੋ ਆਈਡੈਂਟੀਫਾਇਰ ਦੀਆਂ ਉਦਾਹਰਨਾਂ ਜਿਵੇਂ ਕਿ ਤੁਹਾਨੂੰ ਪਤਾ ਹੀ ਆ, ਇੱਕ ਨਾਮ ਜਾਂ ਫਿਰ ਕਾਰਡ ਨੰਬਰ ਕਿਸੇ ਵਿਅਕਤੀ ਦੀ ਪਛਾਣ ਅਤੇ ਸੰਬੰਧਿਤ ਵਿਸ਼ੇਸ਼ਤਾਵਾਂ ਨੂੰ ਜਿਹੜਾ ਦਰਸਾਉਣ ਲਈ ਵਰਤਿਆ ਜਾਣ ਵਾਲਾ ਦੋਸਤੋ ਕੀ ਆਪਣਾ ਇੱਕ ਵਿਲੱਖਣ ਡਾਟਾ ਹੈ, ਠੀਕ ਹੈ ਜੀ। ਤਾਂ ਇਹ ਤੁਹਾਡਾ ਇੱਕ ਹੋ ਜਾਏਗਾ ਇਸ ਪ੍ਰਸ਼ਨ ਦਾ ਆਨਸਰ। ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਥੱਲੇ ਜਿਹੜਾ ਹੈਗਾ ਕਲੀਅਰ ਕਰਕੇ ਦੱਸੋ। ਤੇ ਉਸ ਤੋਂ ਬਾਅਦ ਆਪਣਾ ਪ੍ਰਸ਼ਨ ਹੈ ਵਿਚ ਆਪਰੇਟਰ ਐਕਟਸ ਓਨਲੀ ਵਨ ਆਪਰੈਂਡ, ਮਤਲਬ ਕਿ ਕਿਹੜਾ ਦੋਸਤੋ ਜਿਹੜਾ ਹੈਗਾ ਆਪਰੇਟਰ ਕੇਵਲ ਇੱਕ ਹੀ ਆਪਰੈਂਡ ਉੱਪਰ ਕੰਮ ਕਰਦਾ ਹੈ। ਤਾਂ ਇਸ ਪ੍ਰਸ਼ਨ ਦਾ ਜਿਹੜਾ ਹੈਗਾ ਆਨਸਰ ਆ ਜਾਏਗਾ ਆਪਣਾ ਕੀ ਲਿਖਣਾ ਵਾ ਇੱਥੇ ਜਿਹੜਾ ਹੈਗਾ ਤੁਸੀਂ ਪ੍ਰਸ਼ਨ ਦਾ ਆਨਸਰ ਇੱਥੇ ਆ ਜਾਏਗਾ ਦੋਸਤੋ ਤੁਹਾਡਾ ਯੂਨਰੀ, ਠੀਕ ਹੈ ਜੀ। ਯਾਨੀ ਕਿ ਆਹ ਵਾਲਾ ਫਸਟ ਆਪਸ਼ਨ ਯਾਨੀ ਕਿ ਯੂਨਰੀ ਯਾਨੀ ਕਿ ਕੀ ਹੁੰਦਾ ਵਾ ਇੱਕ ਯੂਨਰੀ ਆਪਰੇਸ਼ਨ ਇੱਕ ਅਜਿਹਾ ਦੋਸਤੋ ਆਪਰੇਸ਼ਨ ਜਿਹੜਾ ਹੈਗਾ ਵਾ ਹੁੰਦਾ ਹੈ ਜਿਸ ਵਿੱਚ ਸਿਰਫ ਇੱਕ ਹੀ ਆਪਰੈਂਡ ਹੁੰਦਾ ਹੈ। ਉਸ ਤੋਂ ਬਾਅਦ ਦੋਸਤੋ ਫਿਲਿੰਗ ਦਾ ਬਲੈਂਕਸ ਨੇ ਹੁਣ ਤੁਹਾਡੀਆਂ। ਤਾਂ ਦੇਖੋ ਕੀ ਆਪਣਾ ਡੈਸ਼ ਡਿਜ਼ਾਈਨ ਸ਼ੁੱਡ ਬੀ ਸਿੰਪਲ ਐਂਡ ਕੰਸਿਸਟੈਂਟ, ਮਤਲਬ ਕਿ ਜਿਹੜਾ ਹੈਗਾ ਵਾ ਉਹ ਕਿਹੜਾ ਡਿਜ਼ਾਈਨ ਹੈ ਜੋ ਸਧਾਰਨ ਅਤੇ ਇਕਸਾਰ ਹੋਣਾ ਚਾਹੀਦਾ ਹੈ। ਤਾਂ ਇਸ ਪ੍ਰਸ਼ਨ ਦਾ ਆਨਸਰ ਜਿਹੜਾ ਹੈਗਾ ਆ ਜਾਏਗਾ ਆਪਣਾ ਵੈਬਸਾਈਟ, ਠੀਕ ਹੈ ਜੀ। ਤਾਂ ਵੈਬਸਾਈਟ ਕੀ ਹੁੰਦੀ ਹੈ ਦੋਸਤੋ, ਜਿਵੇਂ ਕਿ ਤੁਹਾਨੂੰ ਪਤਾ ਹੀ ਆ ਵੈਬਸਾਈਟ ਇੱਕ ਨਾ ਜਿਹੜਾ ਹੈਗਾ ਵਾ ਦੋਸਤੋ ਵਰਲਡ ਵਾਈਡ ਵੈਬ ਪੰਨਿਆਂ ਦਾ ਇੱਕ ਸਮੂਹ ਹੈ ਜਿਸ ਵਿੱਚ ਆਮ ਤੌਰ 'ਤੇ ਦੋਸਤੋ ਇੱਕ ਦੂਜੇ ਦੇ ਲਿੰਕ ਹੁੰਦੇ ਹਨ, ਕਿਸੇ ਵਿਅਕਤੀ ਕੰਪਨੀ ਜਾਂ ਫਿਰ ਸੰਸਥਾ ਦੁਆਰਾ ਔਨਲਾਈਨ ਉਪਲਬਧ ਹੁੰਦੇ ਹਨ ਇਹ ਵਾਲੇ, ਠੀਕ ਹੈ ਜੀ। ਤੇ ਉਸ ਤੋਂ ਬਾਅਦ ਹੁਣ ਆਪਣਾ ਅਗਲਾ ਪ੍ਰਸ਼ਨ ਕੀ ਇੱਥੇ ਕਿ ਡੈਸ਼ ਇਜ਼ ਵੈਬ ਬੇਸਡ ਜਿਹੜਾ ਹੈਗਾ ਆਪਣਾ ਟੂਲ that enable use to locate information on the world wide web, ਠੀਕ ਹੈ ਜੀ। ਮਤਲਬ ਕਿ ਇਹਦੇ ਵਿੱਚ ਆਹੀ ਪੁੱਛਿਆ ਹੋਇਆ ਵਾ ਕਿ ਕਿਹੜਾ ਦੋਸਤੋ ਜਿਹੜਾ ਹੈਗਾ ਵਾ ਕੰਪਿਊਟਿੰਗ ਵਿੱਚ ਜਿਹੜਾ ਹੈਗਾ ਵਾ ਕਿਹੜਾ ਦੋਸਤੋ ਇੱਕ ਕੰਪਿਊਟਰ ਚਾਲੂ ਕਰਨ ਦੀ ਸੌਰੀ ਆ ਨਹੀਂ, ਇਹਦੇ ਵਿੱਚ ਆ ਲਿਖਿਆ ਹੋਇਆ ਵਾ ਕਿ ਬਈ ਜਿਹੜਾ ਹੈਗਾ ਇੱਕ ਵੈਬ ਆਧਾਰਿਤ ਡੈਸ਼ ਯਾਨੀ ਕਿ ਇੱਥੇ ਡੈਸ਼ ਆ ਦੇਖੋ ਕਿ ਬਈ ਇੱਕ ਵੈਬ ਆਧਾਰਿਤ ਜਿਹੜਾ ਹੈਗਾ ਉਪਕਰਨ ਹੈ ਜੋ ਉਪਭੋਗਤਾਵਾਂ ਨੂੰ ਵਰਲਡ ਵਾਈਡ ਵੈਬ ਤੇ ਜਾਣਕਾਰੀ ਲੱਭਣ ਦੇ ਯੋਗ ਬਣਾਉਂਦੀ ਹੈ। ਤਾਂ ਦੋਸਤੋ ਕੀ ਇਹ ਇਸ ਪ੍ਰਸ਼ਨ ਦਾ ਆਨਸਰ ਇੱਥੇ ਜਿਹੜਾ ਹੈਗਾ ਆ ਜਾਏਗਾ ਤੁਹਾਡਾ ਸਰਚ ਇੰਜਨ ਉਹੀ ਦੋਸਤੋ ਜਿਹੜੇ ਤੁਹਾਡੇ ਗੂਗਲ ਹੋ ਗਿਆ, ਯਾਹੂ ਹੋ ਗਏ, ਠੀਕ ਹੈ ਜੀ। ਤੇ ਆਹੀ ਤੁਹਾਡੇ ਜਿਹੜੇ ਹੈਗੇ ਨੇ ਸਰਚ ਇੰਜਨ ਹੁੰਦੇ ਹਨ। ਉਸ ਤੋਂ ਬਾਅਦ ਦੋਸਤੋ ਜੇ ਹੁਣ ਆਪਣਾ ਅਗਲਾ ਪ੍ਰਸ਼ਨ ਦਾ ਗੱਲ ਕਰੀਏ, ਅਗਲਾ ਪ੍ਰਸ਼ਨ ਹੈ ਆਪਣਾ ਐਂਟੀਵਾਇਰਸ ਸੌਫਟਵੇਅਰ ਕੀ ਪਾਸ ਆਵਰ ਕੰਪਿਊਟਰ ਸੇਫ ਫਰੋਮ, ਠੀਕ ਹੈ। ਯਾਨੀ ਕਿ ਬਈ ਜਿਹੜਾ ਐਂਟੀਵਾਇਰਸ ਸੌਫਟਵੇਅਰ ਜਿਹੜਾ ਹੈਗਾ ਸਾਡੇ ਕੰਪਿਊਟਰ ਨੂੰ ਜਿਹੜਾ ਹੈਗਾ ਵਾ ਕਿਸ ਤੋਂ ਸੁਰੱਖਿਅਤ ਕਰਕੇ ਰੱਖਦਾ ਹੈ। ਤਾਂ ਇਸ ਦਾ ਆਨਸਰ ਜਿਹੜਾ ਹੈਗਾ ਆ ਜਾਏਗਾ ਆਪਣਾ ਵਾਇਰਸ ਤੋਂ ਸੁਰੱਖਿਅਤ ਕਰਕੇ ਰੱਖਦਾ ਹੈ। ਉਸ ਤੋਂ ਬਾਅਦ ਆਪਣਾ ਅਗਲਾ ਪ੍ਰਸ਼ਨ ਦੇਖੋ ਕਿ ਇੱਥੇ dash is the combination of type face and other qualities such as size pitch and spacing। ਬਈ ਜਿਹੜਾ ਇਹਦੇ ਵਿੱਚ ਆਹੀ ਪੁੱਛਿਆ ਹੈ ਇਹਨਾਂ ਨੇ ਕਿ ਬਈ ਡੈਸ਼ ਟਾਈਪ ਫੇਸ ਅਤੇ ਹੋਰ ਗੁਣਾਂ ਦਾ ਸੁਮੇਲ ਹੈ ਜਿਵੇਂ ਕਿ ਆਕਾਰ ਤੇ ਆਪਣਾ ਪਿਚ ਅਤੇ ਸਪੇਸਿੰਗ ਹੈ, ਠੀਕ ਹੈ ਜੀ। ਤਾਂ ਇਸ ਪ੍ਰਸ਼ਨ ਦਾ ਆਨਸਰ ਜਿਹੜਾ ਹੈਗਾ ਕੀ ਆ ਜਾਏਗਾ ਆਪਣਾ ਇੱਥੇ ਆ ਜਾਏਗਾ ਦੋਸਤੋ ਆਪਣਾ ਫੌਂਟ, ਠੀਕ ਹੈ ਜੀ। ਫੌਂਟ ਇਸ ਨੂੰ ਕਹਾਂਗੇ। ਤਾਂ ਫੌਂਟ ਦੋਸਤੋ ਤੁਹਾਨੂੰ ਪਤਾ ਹੀ ਆ ਕੀ ਹੁੰਦਾ ਵਾ। ਫੌਂਟ ਦੋਸਤੋ ਜਿਹੜਾ ਹੈਗਾ ਖਾਸ ਸ਼ੈਲੀ ਅਤੇ ਆਕਾਰ ਵਿੱਚ ਛਪਣਯੋਗ ਪ੍ਰਦਰਸ਼ਿਤ ਕਰਨ ਦੇ ਅੱਖਰਾਂ ਦਾ ਸਮੂਹ ਨੂੰ ਪੇਸ਼ ਕਰਦੀ ਹੈ, ਠੀਕ ਹੈ ਜੀ। ਕੌਣ ਫੌਂਟ। ਤਾਂ ਇਸ ਤੋਂ ਆਪਣਾ ਪ੍ਰਸ਼ਨ ਹੈ ਕਿ ਡੈਸ਼ ਆਰ ਦਾ ਡਾਟਾ ਆਈਟਮਸ ਔਨ ਵਿਚ ਆਪਰੇਟਰਸ ਕੈਨ ਪਰਫਾਰਮ ਜਿਹੜਾ ਹੈਗਾ ਦੋਸਤੋ ਆਪਰੇਸ਼ਨ, ਠੀਕ ਹੈ ਜੀ। ਪਰਫਾਰਮ ਆਪਰੇਸ਼ਨਸ ਯਾਨੀ ਕਿ ਦੋਸਤੋ ਉਹ ਕਿਹੜਾ ਜਿਹੜਾ ਹੈਗਾ ਡਾਟਾ ਆਈਟਮਸ ਹੁੰਦੀਆਂ ਹਨ, ਉਹ ਕਿਹੜੀਆਂ ਦੋਸਤੋ ਡਾਟਾ ਆਈਟਮਸ ਹੁੰਦੀਆਂ ਹਨ ਜਿਨ੍ਹਾਂ ਉੱਪਰ ਆਪਰੈਂਟਸ ਆਪਣਾ ਕੰਮ ਕਰਦੇ ਹਨ। ਤਾਂ ਇਸ ਦਾ ਆਨਸਰ ਜਿਹੜਾ ਹੈਗਾ ਵਾ ਕੀ ਹੋ ਜਾਏਗਾ ਆਪਣਾ ਇਹਦਾ ਹੋ ਜਾਏਗਾ ਦੋਸਤੋ ਆਪਣਾ ਆਪਰੈਂਟਸ, ਠੀਕ ਹੈ ਜੀ। ਤਾਂ ਆਪਰੈਂਟਸ ਕੀ ਹੁੰਦਾ ਵਾ ਦੋਸਤੋ ਆਪਰੇਟ ਕੰਪਿਊਟਿੰਗ ਪ੍ਰੋਗਰਾਮਿੰਗ ਅਤੇ ਗਣਿਤ ਵਿੱਚ ਇੱਕ ਮੁੱਲ ਜਾਂ ਫਿਰ ਸਮੀਕਰਨ ਦਾ ਹਵਾਲਾ ਦੇਣ ਲਈ ਜਿਹੜਾ ਹੈਗਾ ਵਾ ਵਰਤਿਆ ਜਾਂਦਾ ਹੈ ਆਪਰੈਂਟਸ। ਤਾਂ ਇਹ ਤੁਹਾਡਾ ਜਿਹੜਾ ਹੈਗਾ ਇੱਥੇ ਆਨਸਰ ਹੋ ਜਾਏਗਾ। ਉਸ ਤੋਂ ਬਾਅਦ ਦੋਸਤੋ ਤੁਹਾਡਾ ਡੂ ਐਸ ਗਿਵਨ ਬਿਲੋ ਆ। ਤਾਂ HTML ਦੀ ਜਿਹੜਾ ਹੈਗਾ ਵਾ ਫੁੱਲ ਫਾਰਮ ਕੀ ਹੈ, ਵਾਟ ਰਾਈਟ ਦਾ ਫੁੱਲ ਨੇਮ ਆਫ HTML। ਤਾਂ ਇਹਦਾ ਆਨਸਰ ਆਏਗਾ ਹਾਈਪਰ ਟੈਕਸਟ ਮਾਰਕਅਪ ਲੈਂਗੁਏਜ। ਉਸ ਤੋਂ ਬਾਅਦ ਦੋਸਤੋ ਜਿਹੜਾ ਹੈਗਾ ਤੁਹਾਡਾ ਦਿੱਤਾ ਹੈ ਵਾ ਰਾਈਟ ਦਾ ਫੁੱਲ ਫਾਰਮ ਆਫ URL। ਜਿਹੜਾ URL ਦਾ ਜਿਹੜਾ ਹੈਗਾ ਵਾ ਆਪਣਾ ਫੁੱਲ ਫਾਰਮ
ਫਾਰਮ ਰੂਪ ਜਿਹੜਾ ਹੈਗਾ ਵਾ ਲਿਖੋ, ਫੁੱਲ ਫਾਰਮ ਕੀ ਹੋਏਗਾ। ਤਾਂ ਇਹਦਾ ਆਂਸਰ ਆਏਗਾ ਦੋਸਤੋ यूनिफॉर्म रिसोर्स लोकेटर। उस तो बाद अपना अगला प्रश्न है व्हाट इज़ द फुल फॉर्म ऑफ OS। OS ਦਾ ਜਿਹੜਾ ਹੈਗਾ ਫੁੱਲ ਫਾਰਮ ਕੀ ਹੈ, ऑपरेटिंग सिस्टम। ਉਸ ਤੋਂ ਬਾਅਦ ਆਪਣਾ ਅਗਲਾ ਪ੍ਰਸ਼ਨ ਇੱਥੇ ਦਿੱਤਾ ਹੋਇਆ ਵਾ व्हाट इज़ फुल फॉर्म ऑफ DBA। ਤਾਂ DBA ਦੀ ਫੁੱਲ ਫਾਰਮ ਪੂਰਾ ਨਾਂ ਕੀ ਹੈ। ਤਾਂ DBA ਦਾ ਦੋਸਤੋ ਪੂਰਾ ਨਾਮ ਇੱਥੇ ਆ ਜਾਏਗਾ ਤੁਹਾਡਾ ਡਾਟਾਬੇਸ ਐਡਮਿਨਿਸਟ੍ਰੇਟਰ। ਉਸ ਤੋਂ ਬਾਅਦ ਆਪਣਾ ਅਗਲਾ ਦਿੱਤਾ ਹੋਇਆ ਇੱਥੇ ਕਿ collection of related record of number different students can be treated as database, true or false। यानी कि भाई ਜਿਹੜਾ ਹੈਗਾ ਵੱਖ-ਵੱਖ ਵਿਦਿਆਰਥੀਆਂ ਦੇ ਜਿਹੜੇ ਹੈਗੇ ਸੰਬੰਧਿਤ ਰਿਕਾਰਡ ਦੇ ਇਕੱਠੇ ਨੂੰ ਡਾਟਾਬੇਸ ਮੰਨਿਆ ਜਾ ਸਕਦਾ ਹੈ। ਤਾਂ ਜੀ ਬਿਲਕੁਲ ਦੋਸਤੋ ਇਹ ਤੁਹਾਡਾ ਜਿਹੜਾ ਹੈਗਾ ਟਰੂ ਹੋ ਜਾਏਗਾ, यानी कि सही। उस तो बाद अपना अगला प्रश्न है कि डाटाबेस मैनेजमेंट सिस्टम इज़ हार्डवेयर, ट्रू और फॉल्स। यानी कि डाटाबेस मैनेजमेंट सिस्टम एक हार्डवेयर है, सही या गलत, ये ਤੁਹਾਡਾ ਜਿਹੜਾ ਹੈਗਾ गलत है। उस तो बाद अपना अगला प्रश्न देखो कि पार्ट बी के प्रश्न ने राइट वेरीअस वैबसाइट डिवेलपमेंट फेसिस। तो इस प्रश्न का जोड़ा है आंसर आ जाएगा आ रहा, ठीक है जी। यानी कि ये आही पूछा है ना अपना कि वैबसाइट डिवेलपमेंट के ਵੱਖ-ਵੱਖ पड़ाव की हैं। तो इसका आंसर है इन्फॉर्मेशन गैदरिंग, दूसरा है अपना प्लैनिंग, डिजाइन, डिवेलपमेंट, टेस्टिंग एंड जो है डिलीवरी, हाँ जी डिलीवरी तो मेनटेनेंस, ठीक है जी। तो ये ਤੁਹਾਡਾ प्रश्न का आंसर हो जाएगा। उस तो बाद दोस्तों अपना दूसरा प्रश्न है ये वट ये ऑप्शन के राइट बेसिक स्ट्रक्चर ऑफ HTML। यानी कि दोस्तों जो है HTML की जी हैगी बेसिक वो बारे दसो आ रहा अपना वट आर द बेसिक जोड़ा है वा स्ट्रक्चर की है HTML का। तो दोस्तों इस प्रश्न का आंसर है अपना HTML डॉक्यूमेंट बिगिनस फ्रॉम HTML टैग एंड एंड्स विद HTML टैग। स्ट्रक्चर ऑफ HTML डॉक्यूमेंट कैन बी डिवाइडेड इनटू टू मेन पार्ट्स। भाई जो HTML हुंदा वा वो की हुंदा वा। तो HTML दोस्तों जो है वा अपना एक तरह तो वो नहीं कह सकते जिमें कि हाइपर टेक्स्ट मार्कअप लैंग्वेज होंगे, ठीक है जी। तो यह की है दोस्तों अपना HTML बिगिन, यानी कि यह दोस्तों जो है ये वाले टैग तो शुरू होंगे है तो आ वाले टैग तो जो है ये खत्म किया जाता है। तो HTML स्ट्रक्चर HTML डॉक्यूमेंट की जी बनतर आओ उन्होंने मुख्य तौर पर जो है वा दो हिस्सों में जो है वा वंडिया जाता है। सब तो पहला है अपना हैड पार्ट तो दूसरा है अपना बॉडी पार्ट। तो हैड पार्ट के दोस्तों की लिखा दिस पार्ट बिगनस विद हैड टैग एंड एंड्स विद एच, हाँ जी हैड टैग, ठीक है जी। तो दिस पार्ट कंटेन द टाइटल एंड मैटर डाटा ऑफ द HTML डॉक्यूमेंट। भाई जो है हैड पाग ये हैड पैग जो है वा ये टैग नाल जो है दोस्तों की है शुरू होंदा है और जो आ वाले टैग नाल जो है दोस्तों की टैग खत्म किया जाता है। इस भाग में HTML डॉक्यूमेंट के सिरलेख यानी कि जो है टाइटल मैटा डाटा बारे जानकारी होंगी है। उस तो बाद अपना बॉडी पार्ट। तो बॉडी पार्ट की है दिस पार्ट बिगनस विद बॉडी टैग एंड एंड्स विद बॉडी डैश आह जो दिता है क्लोजिंग टैग, ठीक है जी। तो यह हैगा वा मतलब यह भाग बॉडी टैग नाल शुरू होंदा है और जो है वा क्लोजिंग बॉडी टैग नाल जो है खत्म किया जाता है। दिस पार्ट कंटेन ऑल दस कंटेंट्स दे आर दैट आर जो है डिस्पले ऑन द वैब पेज। यानी कि जो है वा वो सारी इस टैग में वो सारी जानकारी शामिल है जो वैब पेज पर प्रदर्शित की जाती है। तो ये ਤੁਹਾਡਾ प्रश्न का आंसर हो जाएगा। उस तो बाद है अपना प्रश्न व्हाट इज़ द यूज ऑफ कोटेशन मार्क्स इन ऑनलाइन। ऑनलाइन सर्च में जो है कोटेशन मार्क्स की जी की वरतों हैगी है। तो वर्किंग जो है पूछा यूज सॉरी यूज ताकि ये ड्यूरिंग ऑनलाइन सर्च when we enclose a search term in quotation marks the search engine will find only that particular term or phrase on the web and will not show similar terms in the search result। ਜਦੋਂ ਅਸੀਂ ਦੋਸਤੋ ਆਨਲਾਈਨ ਸਰਚ ਵਿੱਚ ਜਿਹੜਾ ਹੈਗਾ ਸਰਚ ਕੀਤੇ ਜਾਣ ਵਾਲੇ ਸ਼ਬਦ ਨੂੰ ਕੋਟੇਸ਼ਨ ਮਾਰਕਸ ਵਿੱਚ ਲਿਖਦੇ ਹਾਂ ਤਾਂ ਸਰਚ ਇੰਜਨ ਅਤੇ ਜਿਹੜਾ ਹੈਗਾ ਸਿਰਫ ਉਸ ਖਾਸ ਸ਼ਬਦ ਦਾ ਹੀ ਫਰੇਸ ਜਿਹੜਾ ਹੈਗਾ ਵਾ ਦੋਸਤੋ ਕੀ ਹੈ ਵਾਕਾਂਸ਼ ਜਿਹੜਾ ਹੈਗਾ ਨੂੰ ਹੀ ਉੱਪਰ ਲੱਭੇਗਾ ਅਤੇ ਉਸ ਮਿਲਦੇ ਜੁਲਦੇ ਸ਼ਬਦ ਨੂੰ ਸਰਚ ਰਿਜ਼ਲਟ ਵਿੱਚ ਨਹੀਂ दिखावेगा, ठीक है। फॉर एग्जाम्पल इफ वी बैगन आवर ऑनलाइन सर्च बाय टाइपिंग द टर्म मूवी डायरेक्टर द सर्च इंजन में शो लॉट ऑफ रिजल्ट सिमिलर टू मूवी डायरेक्टर और फिल्म डायरेक्टर एक्सेट्रा। बट इफ बिगन एंड in searching by enclosing that search term in quotation marks example जिमें दोस्तों that is the movie director the search engine will be show a result only related the particular term movie director, ठीक है जी। मतलब दोस्तों ये आही कहा गया वा कि बई ਜਿਹੜਾ ਹੈਗਾ ਦੋਸਤੋ ਆਪਣਾ ਖਾਸ ਸ਼ਬਦ ਹੁੰਦੇ ਜਿਹੜੇ, ਠੀਕ ਹੈ ਜੀ, ਉਹਨਾਂ ਨੂੰ ਦੋਸਤੋ ਉਹੀ ਲੱਭਦਾ ਵਾ, ਠੀਕ ਹੈ। ਉਹਦੇ ਮਿਲਦੇ ਜੁਲਦੇ ਸ਼ਬਦਾਂ ਨੂੰ ਸਰਚ ਰਿਜ਼ਲਟ ਵਿੱਚੋਂ ਨਹੀਂ ਦਿਖਾਵੇਗਾ। ਉਦਾਹਰਨ ਲਈ ਦੋਸਤੋ ਇਹਨਾਂ ਨੇ ਦਿੱਤਾ ਹੋਇਆ ਵਾ ਇੱਥੇ ਜਿਵੇਂ ਕਿ ਉਦਾਹਰਨ ਦਿੱਤੀ ਹੋਈ ਹੈ ਫੋਰ ਐਗਜ਼ਾਮਪਲ ਕਿ ਬਈ ਜਿਹੜਾ ਹੈਗਾ ਵਾ ਜੇ ਅਸੀਂ ਮੂਵੀ ਡਾਇਰੈਕਟਰ ਸ਼ਬਦ ਲਿਖ ਕੇ ਇਸ ਨਾਲ ਸੰਬੰਧਿਤ ਆਨਲਾਈਨ ਸਰਚ ਕਰਨਾ ਚਾਹੁੰਦੇ ਹਾਂ ਤਾਂ ਸਰਚ ਇੰਜਨ ਸਾਨੂੰ ਮੂਵੀ ਡਾਇਰੈਕਟਰ ਜਾਂ ਫਿਰ ਫਿਲਮ ਡਾਇਰੈਕਟਰ ਆਦਿ ਨਾਲ ਮਿਲਦੇ ਜੁਲਦੇ ਬਹੁਤ ਸਾਰੇ ਨਤੀਜੇ ਦਿਖਾਵੇਗਾ। ਪਰੰਤੂ ਜੇਕਰ ਅਸੀਂ ਉਸੇ ਸ਼ਬਦ ਨੂੰ ਕੋਟੇਸ਼ਨ ਮਾਰਕਸ ਵਿੱਚ ਲਿਖ ਕੇ ਜਿਹੜਾ ਹੈਗਾ ਵਾ ਮੂਵੀ ਡਾਇਰੈਕਟਰ ਸਰਚ ਕਰਦੇ ਹਾਂ ਤਾਂ ਸਰਚ ਇੰਜਨ ਉਸ ਨੂੰ ਜਿਹੜਾ ਹੈਗਾ ਸਿਰਫ ਖਾਸ ਸ਼ਬਦ ਮੂਵੀ ਡਾਇਰੈਕਟਰ ਨਾਲ ਸੰਬੰਧਿਤ ਨਤੀਜੇ ਹੀ ਦਰਸਾਵੇਗਾ।
उस तो बाद अपना अगला प्रश्न है कि वट एक्सप्लेन गूगल सर्च इंजन, ठीक है जी, यानी कि गूगल सर्च इंजन की जी है व्याख्या करो। तो इस प्रश्न का आंसर आ रहा गूगल सर्च इंजन इज़ द बेस्ट सर्च इंजन इन द वर्ल्ड। गूगल सर्च इंजन दुनिया का सर्वोत्तम सर्च इंजन है, ठीक है। इट इज़ वन ऑफ द मोस्ट पॉपुलर प्रोडक्ट्स ऑफ गूगल, ठीक है जी। ये गूगल अपने सर्च इंजनों की जी गुणवत्ता कारण सब तो मशहूर और भरोसेमंद सर्च इंजन जोड़ा हैगा वा, ठीक है जी। गूगल हैज़ बिकम द मोस्ट पॉपुलर एंड ट्रस्टेड सर्च इंजन, ठीक है जी, इन टर्म्स ऑफ क्वालिटी ऑफ सर्च रिजल्ट। उस तो बाद है गूगल इज़ यूजिंग सोफिस्टिकेटेड, हाँ जी, सोफिस्टिकेटेड एल्गोरिथम टू डिलीवर द बेस्ट रिजल्ट टू इट यूज़र। गूगल इज़ फाउंड बाय लैरी पेज एंड सरगिन, हाँ जी, सरगे ਜਿਹੜੇ ਹੈਗੇ ਦੋਸਤੋ ਆਪਣੇ ਸਰਗੇਈ ਦੋਸਤੋ ਜਿਹੜੇ ਹੈਗੇ ਬ੍ਰਿਨ। ਤਾਂ ਇਹ ਤੁਹਾਡੇ ਪ੍ਰਸ਼ਨ ਦਾ ਆਨਸਰ ਹੋ ਜਾਏਗਾ, ਯਾਨੀ ਕਿ ਬਈ ਜਿਹੜਾ ਹੈਗਾ ਗੂਗਲ ਸਭ ਤੋਂ ਮਸ਼ਹੂਰ ਉਤਪਾਦਾਂ ਵਿੱਚੋਂ ਇੱਕ ਹੈ। ਗੂਗਲ ਆਪਣੇ ਸਰਚ ਰਿਜ਼ਲਟਾਂ ਦੀ ਜਿਹੜੀ ਗੁਣਵੱਤਾ ਕਾਰਨ ਸਭ ਤੋਂ ਮਸ਼ਹੂਰ ਅਤੇ ਭਰੋਸੇਮੰਦ ਸਰਚ ਇੰਜਨ ਬਣ ਚੁੱਕਿਆ ਹੈ। ਗੂਗਲ ਆਪਣੇ ਯੂਜ਼ਰਸ ਨੂੰ ਜਿਹੜਾ ਹੈਗਾ ਸਭ ਤੋਂ ਸਹੀ ਨਤੀਜੇ ਪੇਸ਼ ਕਰਨ ਲਈ ਸੂਝਵਾਨ ਯਾਨੀ ਕਿ ਐਲਗੋਰਿਥਮ ਦੀ ਜਿਹੜੀ ਹੈਗੀ ਆ ਉਸ ਦੀ ਵਰਤੋਂ ਕਰ ਰਿਹਾ ਹੈ। ਗੂਗਲ ਦੇ ਸੰਸਥਾਪਕ ਲੈਰੀ ਪੇਜ ਅਤੇ ਜਿਹੜੇ ਹੈਗੇ ਦੋਸਤੋ ਆਪਣੇ ਸਰਗੇਈ ਬ੍ਰਿਨ ਹਨ, ਠੀਕ ਹੈ ਜੀ। ਤਾਂ ਇਹ ਪ੍ਰਸ਼ਨ ਦਾ ਤੁਹਾਡਾ ਆਨਸਰ ਹੋ ਜਾਏਗਾ। उस तो बाद है अपना प्रश्न डिफाइन अबाउट DBMS वर्किंग, जोड़ा है वा अपना आ रहा प्रश्न डिफाइन DBMS वर्किंग, यानी कि DBMS वर्किंग बारे जी हैगी दसो। तक दोस्तों की आंसर है DBMS स्टैंड फॉर डाटाबेस मैनेजमेंट सिस्टम। जोड़ा है DBMS का पूरा नाम डाटाबेस मैनेजमेंट सिस्टम है, ठीक है। इट इज़ बेसिकली कंप्यूटराइज्ड कीपिंग सिस्टम, कंप्यूटराइज्ड रिकॉर्ड कीपिंग सिस्टम, यानी कि यह असल में कंप्यूटराइज्ड रिकॉर्ड रखने वाला सिस्टम होंदा है। आ DBMS stores data in a way that make it easy to retrieve information, modify data and create information। ਬਈ ਜਿਹੜਾ ਹੈਗਾ ਵਾ DBMS ਡਾਟਾ ਇੱਕ ਤਰੀਕੇ ਨਾਲ ਸਟੋਰ ਕਰਦਾ ਹੈ, ਜਿਸ ਨਾਲ ਜਿਹੜਾ ਹੈਗਾ ਜਾਂ ਜਾਣਕਾਰੀ ਪ੍ਰਾਪਤ ਕਰਨਾ, ਡਾਟਾ ਵਿੱਚ ਤਬਦੀਲੀ ਕਰਨਾ ਅਤੇ ਸੂਚਨਾ ਤਿਆਰ ਕਰਨਾ ਸੌਖਾ ਹੋਵੇ। ਤਾਂ ਉਸ ਤੋਂ ਬਾਅਦ ਹੈ ਦੋਸਤੋ DBMS हैज़ मैनी डिफरेंट टाइप ऑफ यूज़र एंड ईच यूज़र कैन हैव डिफरेंट राइट टू परफॉर्म डिफरेंट टाइप्स ऑपरेशन ऑन द डाटाबेस। बई जोड़ा है वा दोस्तों एक DBMS के कई वक्रे वक्रे यूज़र होंगे हैं और इन्होंने यूज़र के डाटाबेस उपर काम करने के जोड़े है अधिकार वक्रे वक्रे हो सकते हैं। यह वक् यूज़र डाटाबेस में वक् वक् उद्देशों लिए जोड़ा है वरतते हैं, ठीक है जी। आ रहा दोस्तों अपना तो दिस डिफरेंट यूज़ द जोड़ा है डाटाबेस, हाँ जी, फॉर द जोड़ा है वा की लिखा है दोस्तों अपना इतने आ वाली लाइन का दिस डिफरेंट यूज़र्स यूज़ द डाटाबेस फॉर द डिफरेंट परसन, यानी कि दोस्तों जोड़ा है वा यह वक् यूज़र डाटाबेस में वक् वक् उद्देशों लिए वरतते हैं। फॉर एग्जाम्पल यानी कि यदि जी उदाहरण दी हुई है दोस्तों, ठीक है। ये की कहा वा उदाहरण के कुछ यूज़र डाटा प्राप्त करते हुए कुछ इसका बैकअप लेंदे हैं। तो ये तुहाडा प्रश्न का आंसर हो गया। उस तो बाद अपना प्रश्न है वट आर की वर्ड्स, जोड़ा है दोस्तों अपना की वर्ड्स की होंगे हैं। तो इस प्रश्न का आंसर जोड़ा है आ जाएगा आ रहा तो की है दोस्तों कीवर्ड आर आल्सो नोन कीवर्ड आर आल्सो कॉल्ड रिवर्स वर्ड्स, यानी कि दोस्तों जोड़ा है वा कीवर्ड्स नूं जोड़ा है वा दोस्तों की है रिजर्व वर्ड्स भी कहा जाता है, ठीक है जी। तो द वर्ड आर प्री डिफाइंड इन कंपाइलर, ठीक है जी। तो यह जोड़ा शब्द है सी भाषा सी भाषा के कंपाइलर विच पहला तो ही परिभाषित होंगे हैं। उस तो बाद है दोस्तों द मीनिंग ऑफ दिस वर्ड इज़ प्री डिफाइंड, दे आर यूज्ड टू स्पैसीफिक परपस फॉर विद दे, हाँ जी, फॉर विच दे वर डिफाइंड। जोड़ा है दोस्तों ये यही दस्या है वा कि इन्हां शब्दों का अर्थ पहला तो ही परिभाषित किया गया होंदा है। इन्हां दी वरतों उन्हां विशेष उद्देशों लई कीती जांदी है जिस मंतव लई उन्हां नूं परिभाषित किया गया सी। उस तो बाद दोस्तों देखो इन टर्बो सी 10 वर्ड्स आर शो इन वाइट कलर वाइल इन कोड ब्लॉक दिस वर्ड्स आर शो इन द ब्लू कलर ब्लॉक जोड़ा है वा दोस्तों दिस वर्ड एज आर वर्ड्स आर शो इन ब्लू कलर। बई जोड़ा है वा दोस्तों ये आ क्या हुआ कि टर्बो सी दे जोड़े है दोस्तों इन्हां शब्दों को चिट्टे रंग में दिखाया जाता है, जो कि दोस्तों कोड ब्लैक ये शब्द नीले रंग में दर्शाए जाते हैं। उस तो बाद दोस्तों द स्टैंडर्ड सी लैंग्वेज हैज़ 32 कीवर्ड। फॉर एग्जाम्पल जोड़ा है दोस्तों इतने दिता है इन्होंने इंट फ्लोट वॉइड इफ एल्स फॉर वाइल एक्सेट्रा इन सी प्रोग्रामिंग ऑल कीवर्ड्स आर रिटन इन लोअर केस लैटर्स ओनली। बई जोड़ा है दोस्तों ये आही क्या हुआ इन्होंने कि स्टैंडर्ड सी भाषा में 32 कीवर्ड्स होंगे हैं। उदाहरण लई INT फ्लोट वॉइड इफ एल्स फॉर वाइल आदि सी प्रोग्राम में सारे कीवर्ड्स अंग्रेजी के सिर्फ छोटे अखरां में लिखे जाते हैं।
ਤਾਂ ਇਹ ਤੁਹਾਡੇ ਪ੍ਰਸ਼ਨ ਦਾ ਆਨਸਰ ਹੋ ਗਿਆ। ਅਗਲਾ ਪ੍ਰਸ਼ਨ ਆਪਣਾ ਡਿਫਾਈਨ ਕੰਡੀਸ਼ਨਲ ਆਪਰੇਟਰ ਜਿਹੜਾ ਹੈਗਾ ਦੋਸਤੋ ਆਪਣਾ ਕੰਡੀਸ਼ਨਲ ਆਪਰੇਟਰ ਨੂੰ ਜਿਹੜਾ ਹੈਗਾ ਪਰਿਭਾਸ਼ਿਤ ਕਰੋ। ਤਾਂ ਇਸ ਪ੍ਰਸ਼ਨ ਦਾ ਆਨਸਰ ਦੇਖ ਲੈਂਦੇ ਆ। ਤਾਂ ਆ ਰਿਹਾ ਦੋਸਤੋ ਇਸ ਪ੍ਰਸ਼ਨ ਦਾ ਆਨਸਰ ਕੰਡੀਸ਼ਨਲ ਆਪਰੇਟਰ ਇਜ਼ ਆਲਸੋ ਨੋਨ ਐਜ਼ ਅ ਟਰਨਰੀ ਆਪਰੇਟਰ। ਜਿਹੜਾ ਹੈਗਾ ਵਾ ਇੱਕ ਆਪਰੇਟਰ ਨੂੰ ਜਿਹੜਾ ਹੈਗਾ ਦੋਸਤੋ ਕੰਡੀਸ਼ਨਲ ਆਪਰੇਟਰ ਨੂੰ ਜਿਹੜਾ ਹੈ ਟਰਨਰੀ ਆਪਰੇਟਰ ਵੀ ਕਿਹਾ ਜਾਂਦਾ ਹੈ। ਦਿਸ ਆਪਰੇਟਰ ਰਿਕੁਆਇਰ 3 ਆਪਰੈਂਡ ਟੂ ਪਰਫਾਰਮ ਇਟਸ ਆਪਰੇਸ਼ਨ ਸਿੰਬਲ। ਜਿਹੜਾ ਹੈਗਾ ਵਾ ਦੋਸਤੋ ਇੱਕ ਆਪਰੇਟਰ ਨੂੰ ਆਪਣਾ ਕੰਮ ਕਰਨ ਲਈ ਜਿਹੜਾ ਹੈਗਾ 3 ਆਪਰੈਂਡ ਦੀ ਜ਼ਰੂਰਤ ਪੈਂਦੀ ਹੈ। ਉਸ ਤੋਂ ਬਾਅਦ ਹੈ ਆਰ ਯੂਜ਼ ਟੂ ਰਿਪਰੈਜ਼ੈਂਟ ਕੰਡੀਸ਼ਨਲ ਟਰਨਰੀ ਆਪਰੇਟਰ ਦਾ ਸਿੰਟੈਕਸ ਫॉर ਯੂਜ਼ਿੰਗ ਦਿਸ ਆਪਰੇਟਰ ਇਜ਼ ਐਜ਼ ਫੋਲੋਜ਼। ਜਿਹੜਾ ਹੈਗਾ ਵਾ ਦੋਸਤੋ ਕੀ ਆਪਣਾ ਕਿ ਕੰਡੀਸ਼ਨਲ ਟਰਨਰੀ ਆਪਰੇਟਰ ਨੂੰ ਜਿਹੜਾ ਹੈਗਾ ਵਾ ਡੈਸ਼ ਚਿੰਨ੍ਹ ਯਾਨੀ ਕਿ ਆਹ ਵਾਲਾ ਚਿੰਨ੍ਹ ਜਿਹੜੇ ਨਾਲ ਕੀ ਹੈ ਦੁਆਰਾ ਪ੍ਰਦਰਸ਼ਿਤ ਕੀਤਾ ਜਾਂਦਾ ਹੈ। ਇਸ ਆਪਰੇਟਰ ਨੂੰ ਜਿਹੜਾ ਹੈਗਾ ਵਰਤਣ ਦਾ ਸਿੰਟੈਕਸ ਹੇਠਾਂ ਦਿੱਤਾ ਗਿਆ ਹੈ, ਜੋ ਕਿ ਦੋਸਤੋ ਇੱਥੇ ਲਿਖਿਆ ਹੋਇਆ ਵਾ ਆ ਰਿਹਾ ਹਾਂਜੀ ਕਿ ਇਹਦਾ ਮਤਲਬ ਕੀ ਹੈ ਦੋਸਤੋ ਐਕਸਪ੍ਰੈਸ਼ਨ EXP ਦਾ ਐਕਸਪ੍ਰੈਸ਼ਨ 1 ਐਕਸਪ੍ਰੈਸ਼ਨ 2 ਐਕਸਪ੍ਰੈਸ਼ਨ 3। ਐਕਸਪ੍ਰੈਸ਼ਨ 1 should be conditional expression that always return true or false result if the result of a expression is true then expression will perform its function, otherwise experiment 3 will perform its function। ਜਿਹੜਾ ਹੈਗਾ ਦੋਸਤੋ ਇਸ ਵਿੱਚ ਐਕਸਪੈਂਸ਼ਨ ਇੱਕ ਕੰਡੀਸ਼ਨਲ ਐਕਸਪੈਂਸ਼ਨ ਹੋਣੀ ਚਾਹੀਦੀ ਹੈ ਜੋ ਹਮੇਸ਼ਾ ਜਿਹੜੀ ਹੈਗੀ ਹੈ ਦੋਸਤੋ ਕੀ ਹੈ ਦੋਸਤੋ ਜਿਹੜੀ ਹਮੇਸ਼ਾ ਹੀ ਦੋਸਤੋ ਕੀ ਹੈ ਨਤੀਜਾ ਜਿਹੜਾ ਹੈਗਾ ਟਰੂ ਜਾਂ ਫਿਰ ਫਾਲਸ ਜਿਹੜਾ ਹੈਗਾ ਦੋਸਤੋ ਟਰੂ 1 ਜਾਂ ਫਾਲਸ 0 ਨਤੀਜਾ ਪ੍ਰਦਾਨ ਕਰਦੇ ਹੋਵੇ। ਜੇਕਰ ਐਕਸਪੈਰੀਮੈਂਟ 1 ਦਾ ਨਤੀਜਾ ਟਰੂ ਪ੍ਰਾਪਤ ਹੁੰਦਾ ਹੈ ਤਾਂ ਐਕਸਪੈਰੀਮੈਂਟ 2 ਆਪਣੇ ਆਪ ਕੰਮ ਕਰੇਗਾ, ਨਹੀਂ ਤਾਂ ਐਕਸਪੈਰੀਮੈਂਟ 3 ਆਪਣਾ ਕੰਮ ਕਰੇਗਾ। ਤਾਂ ਇਹ ਤੁਹਾਡਾ ਆਨਸਰ ਹੋ ਜਾਏਗਾ। ਉਸ ਤੋਂ ਬਾਅਦ ਅਗਲਾ ਦੇਖੋ, ਠੀਕ ਹੈ ਜੀ। ਤਾਂ ਇਹ ਤੁਹਾਡਾ ਹੋ ਗਿਆ। ਹੁਣ ਆਪਣਾ ਪਾਰਟ C ਆ, ਠੀਕ ਹੈ ਜੀ। ਤਾਂ ਪਾਰਟ C ਦੇ ਵਿੱਚ ਕੀ ਪ੍ਰਸ਼ਨ ਹੈ, ਡਿਸਕ੍ਰਾਈਬ ਦਾ ਕਾਊਜ਼ਿਸ ਜਿਹੜਾ ਹੈਗਾ ਵਾ ਹਾਂਜੀ ਡਿਫਾਈਨ ਦਾ ਕਾਊਜ਼ਿਸ ਆਫ ਸਾਈਬਰ ਅਟੈਕ ਇਨ ਡਿਟੇਲ। ਬਈ ਜਿਹੜਾ ਹੈਗਾ ਵਾ ਦੋਸਤੋ ਕਿ ਸਾਈਬਰ ਹਮਲਿਆਂ ਦੇ ਕੀ ਕਾਰਨ ਦਾ ਹੈ ਉਸ ਨੂੰ ਵਿਸਥਾਰਪੂਰਵਕ ਲਿਖੋ। ਤਾਂ ਇਸ ਪ੍ਰਸ਼ਨ ਦਾ ਆਨਸਰ ਆ ਰਿਹਾ, ਠੀਕ ਹੈ ਜੀ। ਤਾਂ ਹਾਂਜੀ ਇੱਥੇ ਆਪਣਾ ਪ੍ਰਸ਼ਨ ਦਾ ਆਨਸਰ ਆ ਰਿਹਾ ਬਈ ਫੋਲੋਇੰਗ ਆਰ ਸਮ ਕਾਮਨ ਕਾਊਜ਼ਿਸ ਆਫ ਸਾਈਬਰ ਅਟੈਕ। ਸਾਈਬਰ ਹਮਲਿਆਂ ਦੇ ਕੁਝ ਮੁੱਖ ਕਾਰਨ ਹੇਠ ਲਿਖੇ ਹਨ, ਜਿਵੇਂ ਕਿ ਈਜ਼ੀ ਐਕਸੈਸ ਟੂ ਦਾ ਇੰਟਰਨੈਟ। ਬਈ ਜਿਹੜਾ ਹੈਗਾ ਵਾ ਇੰਟਰਨੈਟ ਤੱਕ ਆਸਾਨ ਪਹੁੰਚ। ਤਾਂ ਕੀ ਹੋ ਗਿਆ ਵਾ ਦੋਸਤੋ ਇਹਦੇ ਵਿੱਚ ਮੋਟਾ ਮੋਟੀ ਦੱਸ ਦੇਣਾ, ਤੁਸੀਂ ਬਾਕੀ ਇਸ ਨੂੰ ਪੜ੍ਹ ਲੈਣਾ ਵਾ ਕਿ ਬਈ ਜਿਹੜਾ ਹੈਗਾ ਵਾ ਅਜੋਕੇ ਸਮੇਂ ਵਿੱਚ ਯਾਨੀ ਕਿ ਮਾਡਰਨ ਸਮੇਂ ਵਿੱਚ ਇੰਟਰਨੈਟ ਦੀ ਵਰਤੋਂ ਕਰਨਾ ਬਹੁਤ ਹੀ ਜਿਹੜਾ ਹੈਗਾ ਆਸਾਨ ਹੋ ਗਿਆ ਹੈ। ਲੋਕ ਇੰਟਰਨੈਟ ਉੱਪਰ ਜਿਹੜਾ ਹੈਗਾ ਵਾ ਵੱਖ-ਵੱਖ ਤਰੀਕਿਆਂ ਨਾਲ ਆਪਣੇ ਜਿਹੜੇ ਹੈਗੇ ਆ ਜਾਣੇ ਹਾਂਜੀ ਕੀ ਇਹ ਦੋਸਤੋ ਆਪਣਾ ਨਾਲ ਜਾਣੇ ਅਣਜਾਣੇ ਨਾਲ ਆਪਣੀ ਨਿੱਜੀ ਜਾਣਕਾਰੀ ਜਿਹੜੀ ਹੈਗਾ ਸ਼ੇਅਰ ਕਰ ਦਿੰਦੇ ਹਨ ਇਹਦੇ ਵਿੱਚ, ਠੀਕ ਹੈ। ਇਸ ਲਈ ਫਿਰ ਅਜਿਹਾ ਕਰਨਾ ਉਹਨਾਂ ਨੂੰ ਜਿਹੜਾ ਹੈਗਾ ਵਾ ਕੀ ਹੈ ਨੁਕਸਾਨ ਹੋ ਜਾਂਦਾ ਵਾ, ਉਹਨਾਂ ਨਾਲ ਫਰਾਡ ਹੋ ਜਾਂਦਾ ਵਾ। ਅੱਗੇ ਆਪਣਾ ਲੈਕ ਆਫ ਟੈਕਨੀਕਲ ਨੌਲੇਜ ਯਾਨੀ ਕਿ ਤਕਨੀਕੀ ਜਾਣਕਾਰੀ ਦੀ ਘਾਟ। ਲੋਕਾਂ ਨੂੰ ਜਿਹੜਾ ਹੈਗਾ ਆਸਾਨੀ ਨਾਲ ਇੰਟਰਨੈਟ ਦੀਆਂ ਜਿਹੜੀਆਂ ਨੇ ਇਸਤੇਮਾਲ ਤਾਂ ਕਰ ਰਹੇ ਹਨ, ਪਰੰਤੂ ਉਹਨਾਂ ਨੂੰ ਲੋਕਾਂ ਨੂੰ ਇੰਟਰਨੈਟ ਸੰਬੰਧੀ ਜਿਹੜੀ ਕਿ ਤਕਨੀਕ ਬਾਰੇ ਬਿਲਕੁਲ ਵੀ ਨਹੀਂ ਪਤਾ ਹੈ। ਅੱਗੇ ਆਪਣਾ ਦੋਸਤੋ ਬਿਹੇਵੀਅਰ ਜਿਹੜਾ ਹੈਗਾ ਵਾ ਆਪਣਾ ਦੋਸਤੋ ਕੀ ਕਹਿ ਸਕਦੇ ਹੋ ਬਿਹੇਵੀਅਰ। ਤਾਂ ਬਿਹੇਵੀਅਰ ਦੇ ਵਿੱਚ ਦੋਸਤੋ ਕੀ ਹੁੰਦਾ ਵਾ, ਇਹਦੇ ਵਿੱਚ ਆ ਰਿਹਾ ਆਪਣਾ ਬਿਹੇਵੀਅਰ ਨਹੀਂ ਹੈਗਾ, ਕੀ ਸੀਗਾ ਇੱਥੇ ਹਾਂਜੀ ਬਿਹੇਵੀਅਰ ਵੀ ਹੈ ਨਹੀਂ, ਬਿਹੇਵੀਅਰ ਦਾ ਕੋਈ ਪੁਆਇੰਟ ਹੀ ਨਹੀਂਗਾ ਦੋਸਤੋ, ਇਹ ਤਾਂ ਐਵੇਂ ਇਹਦੇ ਦਿੱਤਾ ਹੋਇਆ ਸੀਗਾ। ਤੇ ਅੱਗੇ ਲਿਖਿਆ ਹੈ ਦੋਸਤੋ ਆਪਣਾ ਨੋਨ ਯੂਜ਼ ਆਫ ਸਿਕਿਉਰਿਟੀ ਐਂਡ ਪ੍ਰਾਈਵੇਸੀ। ਬਈ ਜਿਹੜਾ ਹੈਗਾ ਵਾ ਅਪਰਾਧਿਕ ਜਿਹੜੇ ਦੋਸਤੋ ਕੀ ਹੈ ਬੁੱਧੀ ਜਾਂ ਫਿਰ ਜਿਹੜਾ ਹੈ ਦੋਸਤੋ ਆਪਣਾ ਸਿਕਿਉਰਿਟੀ ਜਾਂ ਫਿਰ ਦੋਸਤੋ ਪ੍ਰਾਈਵੇਸੀ ਦੀ ਜਿਹੜੀ ਹੈਗੀ ਆ ਸੁਚੱਜੀ ਵਰਤੋਂ ਨਾ ਕਰਨਾ। ਇਹਦੇ ਕਾਰਨ ਵੀ ਦੋਸਤੋ ਜਿਹੜਾ ਹੈਗਾ ਸਾਈਬਰ ਅਟੈਕ ਹੋ ਸਕਦਾ ਹੈ। ਜਦੋਂ ਆਪਾਂ ਕੀ ਹੈ ਦੋਸਤੋ ਕਿ ਬਹੁਤ ਲੋਕ ਇੰਟਰਨੈਟ ਦੀ ਵਰਤੋਂ ਜਿਹੜੀ ਹੈਗੀ ਸਮੇਂ ਕਈ ਤਰ੍ਹਾਂ ਦੇ ਸਿਕਿਉਰਿਟੀ ਜਾਂ ਫਿਰ ਪ੍ਰਾਈਵੇਸੀ ਦੀ ਵਰਤੋਂ ਨਹੀਂ ਕਰਦੇ, ਜਿਸ ਕਾਰਨ ਸਾਈਬਰ ਅਪਰਾਧੀ ਆਸਾਨੀ ਨਾਲ ਜਿਹੜਾ ਹੈਗਾ ਉਹਨਾਂ ਦੇ ਆਨਲਾਈਨ ਖਾਤਿਆਂ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਉਸ ਤੋਂ ਬਾਅਦ ਹੈ ਆਪਣਾ ਦੋਸਤੋ ਇਗਨੋਰੈਂਸ ਆਫ ITT ਤੇ ਜਿਹੜਾ ਹੈਗਾ ਵਾ ਆਪਣਾ TT ਨਹੀਂ ਦੋਸਤੋ IT ਹੈ ਸੌਰੀ, ਇਗਨੋਰੈਂਸ ਆਫ IT ਕ੍ਰਾਈਮ ਐਂਡ ਲਾਜ਼। ਬਈ ਜਿਹੜਾ ਹੈਗਾ IT ਅਪਰਾਧ ਅਤੇ ਕਾਨੂੰਨ ਦੀ ਅਗਿਆਨਤਾ। ਦਾ ਨੰਬਰ ਆਫ ਸਾਈਬਰ ਅਟੈਕ ਇਜ਼ ਆਲਸੋ ਨੋਨ ਇਨਕਰੀਜ਼ਿੰਗ ਬਿਕੋਜ਼ ਮੋਸਟ ਆਫ ਦਾ ਪੀਪਲ ਡੂ ਨਾਟ ਹੈਵ ਨੌਲੇਜ ਆਫ IT ਕ੍ਰਾਈਮਸ ਐਂਡ ਰਿਲੇਟਡ ਲਾਜ਼। ਯਾਨੀ ਕਿ ਬਈ ਜਿਹੜਾ ਹੈਗਾ ਵਾ ਸਾਈਬਰ ਹਮਲਿਆਂ ਦੀ ਗਿਣਤੀ ਇਸ ਕਰਕੇ ਵੀ ਵਧਦੀ ਜਾ ਰਹੀ ਹੈ ਕਿਉਂਕਿ ਲੋਕਾਂ ਨੂੰ IT ਅਪਰਾਧਾਂ ਤੇ ਉਸਦੇ ਸੰਬੰਧੀ ਕੋਈ ਬਣੇ ਕਾਨੂੰਨ ਦਾ ਗਿਆਨ ਨਹੀਂ ਹੈ। ਉਸ ਤੋਂ ਬਾਅਦ ਆਪਣਾ ਅਗਲਾ ਪ੍ਰਸ਼ਨ ਹੈ ਵਟ ਇਜ਼ IT ਐਕਟ 2000 ਡਿਸਕ੍ਰਾਈਬ ਇਟ ਫੀਚਰਸ। IT ਐਕਟ 2000 ਕੀ ਹੈ, ਇਸ ਦੀਆਂ ਵਿਸ਼ੇਸ਼ਤਾਵਾਂ ਜਿਹੜੀ ਹੈਗੀਆਂ ਨੇ ਆਪਾਂ ਲਿਖਣੀਆਂ ਨੇ। ਤਾਂ ਆ ਰਿਹਾ ਇਸ ਪ੍ਰਸ਼ਨ ਦਾ ਆਨਸਰ ਕੀਪਿੰਗ ਇਨ ਵਿਊ about your cyber threats, Government of India had passed an act on 17 October 2002 legalize the use of information technology which was named as IT Act 2000. This act is also known as ITA 2000. Some of salient features of this acts are feature of IT Acts 2000।
ਬਈ ਜਿਹੜਾ ਹੈਗਾ ਵਾ ਸਾਈਬਰ ਖਤਰਿਆਂ ਨੂੰ ਜਿਹੜਾ ਹੈਗਾ ਧਿਆਨ ਵਿੱਚ ਰੱਖਦੇ ਹੋਏ ਜਿਹੜੇ ਹੈਗੇ ਦੋਸਤੋ ਆਪਣਾ ਇਨਫੋਰਮੇਸ਼ਨ ਟੈਕਨੋਲੋਜੀ ਦੀ ਵਰਤੋਂ ਨੂੰ ਕਾਨੂੰਨੀ ਦਾਇਰੇ ਦੇ ਅੰਦਰ ਲਿਆਉਣ ਲਈ ਭਾਰਤ ਸਰਕਾਰ ਨੇ 17 ਅਕਤੂਬਰ 2000 ਨੂੰ ਇੱਕ ਐਕਟ ਪਾਸ ਕੀਤਾ। ਠੀਕ ਹੈ ਜੀ, 2011 ਅਕਤੂਬਰ ਜਿਹੜਾ ਹੈਗਾ ਦੋਸਤੋ ਆਪਣਾ ਇੱਥੇ ਡੇਟ ਹੈ, ਇੱਥੇ ਚੰਗੀ ਤਰ੍ਹਾਂ ਕਰ ਲਓ ਬਈ ਜਿਹੜਾ ਹੈਗਾ ਵਾ 11 ਅਕਤੂਬਰ ਇੱਥੇ ਦਿੱਤਾ ਹੋਇਆ ਸੀਗਾ ਤੁਹਾਡਾ, ਇੱਥੇ ਕਿੱਥੇ ਡੇਟ ਆਪਣੀ ਤਾਂ ਆ ਰਿਹਾ ਇੱਥੇ 17 ਅਕਤੂਬਰ ਆ, ਸੌਰੀ 17 ਹੀ ਲਿਖਣਾ ਸੀਗਾ ਤੁਸੀਂ ਕਿ 17 ਅਕਤੂਬਰ 2000 ਨੂੰ ਇੱਕ ਐਕਟ ਪਾਸ ਕੀਤਾ। IT ਇਨਫੋਰਮੇਸ਼ਨ ਟੈਕਨੋਲੋਜੀ ਐਕਟ 2000 ਦਾ ਨਾਮ ਦਿੱਤਾ ਗਿਆ। ਇਸ ਐਕਟ ਨੂੰ ਜਿਹੜਾ ਹੈਗਾ ITA 2000 ਵੀ ਕਿਹਾ ਜਾਂਦਾ ਹੈ। ਤਾਂ ਇਹ ਐਕਟ ਦੀਆਂ ਕੁਝ ਮੁੱਖ ਵਿਸ਼ੇਸ਼ਤਾਵਾਂ ਇਸ ਪ੍ਰਕਾਰ ਹਨ, ਜਿਵੇਂ ਕਿ ਡਿਜੀਟਲ ਸਿਗਨੇਚਰ ਇਜ਼ ਲੀਗਲੀ ਰਿਕੋਗਨਾਈਜ਼ਡ ਇਨ ਇਜ਼ ਐਕਟ। ਜਿਹੜਾ ਹੈਗਾ ਵਾ ਇਸ ਐਕਟ ਵਿੱਚ ਜਿਹੜਾ ਹੈਗਾ ਵਾ ਡਿਜੀਟਲ ਸਿਗਨੇਚਰ ਯਾਨੀ ਕਿ ਜਿਹੜੇ ਸਿਗਨੇਚਰ ਹੁੰਦੇ ਆ ਉਹਨੂੰ ਕਾਨੂੰਨੀ ਮਾਨਤਾ ਦਿੱਤੀ ਗਈ। ਦਿਸ ਐਕਟ ਗਿਵ ਫੁੱਲ ਰੈਕੋਗਨੀਸ਼ਨ ਆਫ ਫਾਈਨੈਂਸ਼ੀਅਲ ਟ੍ਰਾਂਜੈਕਸ਼ਨ ਮੇਡ ਥਰੂ ਇਲੈਕਟ੍ਰੋਨਿਕ ਮੀਨਸ, ਯਾਨੀ ਕਿ ਜਿਹੜਾ ਹੈਗਾ ਇਸ ਐਕਟ ਵਿੱਚ ਇਲੈਕਟ੍ਰੋਨਿਕ ਮਾਧਿਅਮ ਰਾਹੀਂ ਕੀਤੇ ਜਾਣ ਵਾਲੇ ਵਿੱਤੀ ਲੈਣ ਦੇਣ ਦੀ ਪੂਰੀ ਮਾਨਤਾ ਦਿੱਤੀ ਜਾਂਦੀ ਹੈ। ਅੱਗੇ ਦਿਸ ਐਕਟਸ ਡਿਟੇਲ ਐਕਸਕਲੂਸਿਵਲੀ ਵਿਦ ਸਾਈਬਰ ਕ੍ਰਾਈਮ ਐਂਡ ਇਲੈਕਟ੍ਰੋਨਿਕ ਕਮਰਸ। ਬਈ ਜਿਹੜਾ ਹੈਗਾ ਵਾ ਇਹ ਐਕਟ ਪੂਰਨ ਤੌਰ ਤੇ ਜਿਹੜਾ ਹੈਗਾ ਸਾਈਬਰ ਕ੍ਰਾਈਮ ਅਤੇ ਇਲੈਕਟ੍ਰੋਨਿਕ ਕਮਰਸ ਦੇ ਨਾਲ ਸੰਬੰਧਿਤ ਐਕਟ ਹੈ। ਉਸ ਤੋਂ ਬਾਅਦ ਦਿਸ ਐਕਟਸ ਗਿਵ ਲੀਗਲ ਰੈਕੋਗਨੀਸ਼ਨ ਟੂ ਆਨਲਾਈਨ ਸਬਮਿਸ਼ਨ ਫॉर्म ਸਬਮਿਸ਼ਨ ਆਫ ਫॉर्म ਬਾਏ ਗਵਰਨਮੈਂਟ ਅਫੀਸ਼ੀਅਲ ਐਂਡ ਏਜੰਸੀਜ਼। ਬਈ ਜਿਹੜਾ ਹੈਗਾ ਵਾ ਇਸ ਐਕਟ ਵਿੱਚ ਸਰਕਾਰੀ ਦਫ਼ਤਰ ਅਜੇ ਜਿਹੜਾ ਹੈਗਾ ਵਾ ਏਜੰਸੀਆਂ ਦੇ ਫਾਰਮ ਆਨਲਾਈਨ ਜਮ੍ਹਾਂ ਕਰਨ ਲਈ ਮਾਨਤਾ ਦਿੱਤੀ ਗਈ ਹੈ। ਉਸ ਤੋਂ ਬਾਅਦ ਹੈ ਆਪਣਾ ਦਾ ਐਕਟ ਸਟੇਬਲਿਸ਼ ਆ ਸਾਈਬਰ ਅਪੀਲ ਰੈਗੂਲੇਸ਼ਨ ਟ੍ਰਿਬਿਊਨਲ ਵਿੱਚ ਡੀਲਸ ਵਿਦ ਸਾਈਬਰ ਅਪੀਲ। ਬਈ ਇਹਦੇ ਵਿੱਚ ਇਸ ਐਕਟ ਵਿੱਚ ਸਾਈਬਰ ਅਪੀਲ ਰੈਗੂਲੇਸ਼ਨ ਜਿਹੜੇ ਹੈਗੇ ਦੋਸਤੋ ਟ੍ਰਿਬਿਊਨਲ ਦੀ ਸਥਾਪਨਾ ਕੀਤੀ ਗਈ ਹੈ ਜੋ ਸਾਈਬਰ ਸੰਬੰਧੀ ਅਪੀਲਾਂ 'ਤੇ ਕਾਰਵਾਈ ਕਰਦਾ ਹੈ। ਅੱਗੇ ਦੋਸਤੋ ਅਕੋਰਡਿੰਗ ਟੂ ਦਿਸ ਐਕਟ ਹੀਅਰਿੰਗ ਅਗੇਂਸਟ ਇਨ ਆਰਡਰ ਆਫ ਦਾ ਸਾਈਬਰ ਅਪੀਲ ਰੈਗੂਲੇਸ਼ਨ ਟ੍ਰਿਬਿਊਨਲ ਕੈਨ ਬੀ ਹੈਲਡ ਓਨਲੀ ਇਨ ਸੁਪਰੀਮ ਕੋਰਟ। ਇਸ ਐਕਟ ਅਨੁਸਾਰ ਦੋਸਤੋ ਸਾਈਬਰ ਅਪੀਲ ਜਿਹੜਾ ਹੈਗਾ ਦੋਸਤੋ ਰੈਗੂਲੇਸ਼ਨ ਟ੍ਰਿਬਿਊਨਲ ਦੇ ਆਦੇਸ਼ ਦੇ ਖਿਲਾਫ ਸੁਣਵਾਈ ਜਿਹੜੀ ਹੈਗੀ ਦੋਸਤੋ ਸਿਰਫ ਸੁਪਰੀਮ ਕੋਰਟ ਵਿੱਚ ਹੀ ਹੋ ਸਕਦੀ ਹੈ। ਤਾਂ ਇਹ ਤੁਹਾਡਾ ਪ੍ਰਸ਼ਨ ਦਾ ਆਨਸਰ ਹੋ ਗਿਆ। ਉਸ ਤੋਂ ਬਾਅਦ ਹੈ ਆਪਣਾ ਪ੍ਰਸ਼ਨ ਵਾਟ ਆਰ ਲੈਂਗੁਏਜ ਟਰਾਂਸਲੇਟਰ ਐਕਸਪਲੇਨ ਐਨੀ ਵਨ ਟਰਾਂਸਲੇਟਰ ਇਨ ਡਿਟੇਲ। ਤਾਂ ਇਸ ਪ੍ਰਸ਼ਨ ਦਾ ਆਨਸਰ ਦੇਖ ਲਓ ਕੀ ਹੈ ਤੁਹਾਡਾ, ਲੈਂਗੁਏਜ ਟਰਾਂਸਲੇਟਰ ਆਰ ਆਲਸੋ ਕਾਲਡ ਲੈਂਗੁਏਜ ਜਿਹੜਾ ਹੈਗਾ ਦੋਸਤੋ ਆਪਣਾ ਪ੍ਰੋਸੈਸਰਸ, ਯਾਨੀ ਕਿ ਬਈ ਜਿਹੜਾ ਹੈਗਾ ਲੈਂਗੁਏਜ ਭਾਸ਼ਾ ਟਰਾਂਸਲੇਟਰ ਨੂੰ ਜਿਹੜਾ ਹੈਗਾ ਭਾਸ਼ਾ ਪ੍ਰੋਸੈਸਰ ਵੀ ਕਿਹਾ ਜਾਂਦਾ ਹੈ। ਉਸ ਤੋਂ ਬਾਅਦ ਦਿਸ ਆਰ ਸਿਸਟਮ ਆਫ ਪ੍ਰੋਗਰਾਮ ਦੈਟ ਦਾ ਪਰਪਸ ਆਫ ਡਿਵੈਲਪਿੰਗ ਲੈਂਗੁਏਜ ਟਰਾਂਸਲੇਟਰ ਇਜ਼ ਟੂ ਅਕੰਪਲਿਸ਼ ਟੂ ਮੇਨ ਟਾਸਕ ਫਸਟ ਟੂ ਟਰਾਂਸਲੇਟ ਈਚ ਲੈਂਗੁਏਜ ਹੈਜ਼ ਇਟ ਔਨ ਟਰਾਂਸਫਰ ਪ੍ਰੋਗਰਾਮ that can only translate program written in that particular language। ਯਾਨੀ ਕਿ ਦੋਸਤੋ ਇਹ ਸਿਸਟਮ ਪ੍ਰੋਗਰਾਮ ਹੁੰਦੇ ਹਨ ਭਾਸ਼ਾ ਟਰਾਂਸਲੇਟ ਨੂੰ ਤਿਆਰ ਕਰਨ ਦਾ ਜਿਹੜਾ ਹੈਗਾ ਵਾ ਮਕਸਦ ਦੋ ਮੁੱਖ ਕੰਮਾਂ ਨੂੰ ਕਰਵਾਉਣਾ ਹੈ। ਪਹਿਲਾ ਸੋਰਸ ਪ੍ਰੋਗਰਾਮ ਨੂੰ ਆਬਜੈਕਟ ਕੋਡ ਵਿੱਚ ਟਰਾਂਸਲੇਟ ਕਰਨਾ ਤੇ ਦੂਸਰਾ ਸੋਰਸ ਪ੍ਰੋਗਰਾਮ ਵਿੱਚ ਸਿੰਗਲ ਗਲਤੀਆਂ ਦਾ ਪਤਾ ਲਗਾਉਣਾ। ਠੀਕ ਹੈ ਜੀ। ਤੇ ਉਸ ਤੋਂ ਬਾਅਦ ਕੀ ਆਪਣਾ ਹਰੇਕ ਭਾਸ਼ਾ ਦਾ ਆਪਣਾ ਟਰਾਂਸਲੇਟਰ ਪ੍ਰੋਗਰਾਮ ਹੁੰਦਾ ਹੈ ਜੋ ਸਿਰਫ ਖਾਸ ਭਾਸ਼ਾ ਵਿੱਚ ਪ੍ਰੋਗਰਾਮ ਨੂੰ ਹੀ ਜਿਹੜਾ ਹੈਗਾ ਵਾ ਟਰਾਂਸਲੇਟ ਕਰ ਸਕਦਾ ਹੈ। ਅਸੈਂਬਲਰ ਜਿਹੜਾ ਹੈਗਾ ਦੋਸਤੋ ਕੀ ਹੈ, ਅਸੈਂਬਲਰ ਕੰਪਾਈਲਰ ਐਂਡ ਇੰਟਰਪ੍ਰੀਟਰ ਭਾਸ਼ਾ ਟਰਾਂਸਲੇਟਰ ਦੀਆਂ ਉਦਾਹਰਨਾਂ ਹਨ, ਜਿਵੇਂ ਕਿ ਐਗਜ਼ਾਮਪਲ ਆਫ ਲੈਂਗੁਏਜ ਟਰਾਂਸਲੇਟਰ ਅਸੈਂਬਲਰ ਕੰਪਾਈਲਰ ਐਂਡ ਜਿਹੜਾ ਹੈਗਾ ਦੋਸਤੋ ਆਪਣਾ ਇੰਟਰਪ੍ਰੀਟਰ। ਠੀਕ ਹੈ, ਅਸੈਂਬਲਰ। ਅੱਗੇ ਆਪਣਾ ਦਿਸ ਇਜ਼ ਦਾ ਲੈਂਗੁਏਜ ਟਰਾਂਸਲੇਟਰ ਦੈਟ ਕਨਵਰਟ ਪ੍ਰੋਗਰਾਮ ਰਿਟਨ ਇਨ ਅਸੈਂਬਲੀ ਲੈਂਗੁਏਜ ਜਿਹੜਾ ਹੈਗਾ ਦੋਸਤੋ ਲੈਂਗੁਏਜ ਇਨ ਟੂ ਮਸ਼ੀਨ ਲੈਂਗੁਏਜ। ਬਈ ਜਿਹੜਾ ਹੈਗਾ ਅਸੈਂਬਲਰ ਇੱਕ ਅਜਿਹਾ ਭਾਸ਼ਾ ਟਰਾਂਸਲੇਟਰ ਹੈ ਜੋ ਅਸੈਂਬਲੀ ਭਾਸ਼ਾ ਵਿੱਚ ਲਿਖੇ ਪ੍ਰੋਗਰਾਮ ਨੂੰ ਮਸ਼ੀਨ ਭਾਸ਼ਾ ਵਿੱਚ ਤਬਦੀਲ ਜਿਹੜਾ ਹੈਗਾ ਦੋਸਤੋ ਕਰਦਾ ਹੈ। ਉਸ ਤੋਂ ਬਾਅਦ ਦੋਸਤੋ ਲਿਖਿਆ ਹੋਇਆ ਵਾ ਆਪਣਾ ਦਿਸ ਇਜ਼ ਲੈਂਗੁਏਜ ਟਰਾਂਸਲੇਟਰ, ਹਾਂਜੀ ਇਹ ਤਾਂ ਹੋ ਗਿਆ ਸੀਗਾ। ਠੀਕ ਹੈ ਜੀ। ਆ ਪ੍ਰੋਗਰਾਮ ਰਿਟਨ ਇਨ ਅਸੈਂਬਲੀ ਲੈਂਗੁਏਜ, ਹਾਂਜੀ ਇੱਥੇ ਸੀਗੇ ਆਪਾਂ ਕਿ ਆ ਪ੍ਰੋਗਰਾਮ ਰਿਟਨ ਇਨ ਅਸੈਂਬਲੀ ਲੈਂਗੁਏਜ ਇਜ਼ ਕਾਲਡ ਸੋਰਸ ਪ੍ਰੋਗਰਾਮ। ਬਈ ਜਿਹੜਾ ਹੈਗਾ ਵਾ ਇਹਦੇ ਵਿੱਚ ਦੋਸਤੋ ਕੀ ਆਪਣਾ ਕਿ ਅਸੈਂਬਲੀ ਭਾਸ਼ਾ ਵਿੱਚ ਲਿਖੇ ਗਏ ਪ੍ਰੋਗਰਾਮ ਨੂੰ ਸੋਰਸ ਪ੍ਰੋਗਰਾਮ ਵੀ ਕਿਹਾ ਜਿਹੜਾ ਹੈਗਾ ਵਾ ਜਾਂਦਾ ਹੈ। ਠੀਕ ਹੈ ਜੀ। ਤੇ ਉਸ ਤੋਂ ਬਾਅਦ ਆ ਪ੍ਰੋਗਰਾਮ ਰਿਟਨ ਲੈਂਗੁਏਜ ਇਜ਼ ਕਾਲਡ ਸੋਰਸ ਪ੍ਰੋਗਰਾਮ। ਦਿਸ ਅੱਗੇ ਲਿਖਿਆ ਹੈ ਆਪਣਾ ਦਿਸ ਸੋਰਸ ਪ੍ਰੋਗਰਾਮ ਕੈਨ ਨਾਟ ਬੀ ਡਾਇਰੈਕਟ ਅੰਡਰਸਟੂਡ ਬਾਈ ਦਾ ਕੰਪਿਊਟਰ ਦੇਅਰਫੋਰ ਇਟ ਇਜ਼ ਨੈਸੈਸਰੀ ਟਰਾਂਸਲੇਟ ਇਨਟੂ ਮਸ਼ੀਨ ਅੰਡਰਸਟੈਂਡੇਬਲ ਫਾਰਮੈਟ। ਬਾਈ ਜਿਹੜਾ ਹੈਗਾ ਵਾ ਇਹ ਦੋਸਤੋ ਕੀ ਹੁੰਦਾ ਵਾ ਕਿ ਆਪਣਾ ਸੋਰਸ ਪ੍ਰੋਗਰਾਮ ਨੂੰ ਕੰਪਿਊਟਰ ਸਿੱਧੇ ਤੌਰ 'ਤੇ ਦੋਸਤੋ ਨਹੀਂ ਸਮਝ ਸਕਦਾ, ਇਸ ਲਈ ਇਸ ਨੂੰ ਆਪਣੀ ਮਸ਼ੀਨ ਨੂੰ ਸਮਝਣ ਯੋਗ ਫਾਰਮੈਟ ਵਿੱਚ ਟਰਾਂਸਲੇਟ ਕਰਨਾ ਜ਼ਰੂਰੀ ਹੈ। ਇਹ ਅਸੈਂਬਲਰ ਹੀ ਹੈ ਜੋ ਅਸੈਂਬਲੀ ਭਾਸ਼ਾ ਦੇ ਸੋਰਸ ਪ੍ਰੋਗਰਾਮ ਨੂੰ ਮਸ਼ੀਨ ਦੇ ਸਮਝਣ ਯੋਗ ਪ੍ਰੋਗਰਾਮ ਵਿੱਚ ਜਿਹੜਾ ਹੈਗਾ ਤਬਦੀਲ ਕਰਦਾ ਹੈ। ਠੀਕ ਹੈ ਜੀ। ਤਾਂ ਇਸ ਦਾ ਆਨਸਰ ਜਿਹੜਾ ਹੈਗਾ ਡਾਇਰੈਕਟਲੀ ਜਿਹੜਾ ਹੈਗਾ ਇੱਥੇ ਦੋਸਤੋ ਦੇਅਰਫੋਰ ਇਜ਼ ਨੈਸੈਸਰੀ ਟਰਾਂਸਲੇਟ ਇਨਟੂ ਮਸ਼ੀਨ ਅੰਡਰਸਟੇਬਲ ਇਟ ਇਜ਼ ਅਸੈਂਬਲਰ ਦੈਟ ਸੋਰਸ ਪ੍ਰੋਗਰਾਮ ਆਫ ਦਾ ਅਸੈਂਬਲੀ ਲੈਂਗੁਏਜ ਇਨ ਟੂ ਮਸ਼ੀਨ ਅੰਡਰਸਟੈਂਡਿੰਗ ਪ੍ਰੋਗਰਾਮ
द कोड जनरेटेड आफ्टर ट्रांसलेशन इज कॉल्ड ऑब्जेक्ट प्रोग्राम विच इज़ यूज्ड टू एक्सिक्यूट द प्रोग्राम। ठीक है जी, यानी कि दोस्तों ये असैंबलर ही है जो असैंबली भाषा सोर्स प्रोग्राम ਨੂੰ ਮਸ਼ੀਨ ਵਿੱਚ ਜਿਹੜਾ ਹੈਗਾ ਸਮਝਣਯੋਗ ਪ੍ਰੋਗਰਾਮ ਵਿੱਚ ਤਬਦੀਲ ਕਰਦਾ ਹੈ। ਟਰਾਂਸਲੇਟ ਤੋਂ ਬਾਅਦ ਬਣੇ ਕੋਡ ਨੂੰ ਆਬਜੈਕਟ ਪ੍ਰੋਗਰਾਮ ਕਿਹਾ ਜਾਂਦਾ ਹੈ, ਜਿਸ ਦੀ ਵਰਤੋਂ ਜਿਹੜੀ ਕਰਦੀ ਹੋਈ ਪ੍ਰੋਸੈਸਰ ਪ੍ਰੋਗਰਾਮ ਨੂੰ ਚਲਾਉਣ ਯੋਗ ਬਣਦਾ ਹੈ। ਠੀਕ ਹੈ, ਤਾਂ ਇਹ ਤੁਹਾਡਾ ਪ੍ਰਸ਼ਨ ਦਾ ਆਨਸਰ ਹੋ ਜਾਏਗਾ। ਉਸ ਤੋਂ ਬਾਅਦ ਆਪਣਾ ਆਖਰੀ ਪ੍ਰਸ਼ਨ ਹੈ ਇੱਥੇ, ਵਟ ਇਜ਼ ਐਨ ਐਲਗੋਰਿਥਮ, ਐਕਸਪਲੇਨ ਡਿਫਰੈਂਟ ਟਾਈਪਸ ਫੀਚਰਸ ਦੈਨ ਐਨ ਐਲਗੋਰਿਥਮ ਸ਼ੁੱਡ हैव। ਜਿਹੜਾ ਐਲਗੋਰਿਥਮ ਕੀ ਹੈ ਉਹਨਾਂ ਦੇ ਵੱਖ-ਵੱਖ ਵਿਸ਼ੇਸ਼ਤਾਵਾਂ ਦਾ ਜਿਹੜਾ ਹੈਗਾ ਵਰਣਨ ਕਰੋ ਜੋ ਐਲਗੋਰਿਥਮ ਵਿੱਚ ਹੋਣੀਆਂ ਚਾਹੀਦੀਆਂ ਹਨ। ਤਾਂ ਇਸ ਪ੍ਰਸ਼ਨ ਦਾ ਜਿਹੜਾ ਹੈਗਾ ਆਨਸਰ ਇਹ ਆ ਜਾਏਗਾ ਆਪਣਾ। ਤੇ ਆਹ ਪਹਿਲਾ ਪ੍ਰਸ਼ਨ ਦਾ ਆਨਸਰ ਦੋਸਤੋ ਤੁਸੀਂ ਡਾਇਗਰਾਮ ਵੀ ਦੇਖ ਸਕਦੇ ਹੋ। ਸੋਰਸ ਪ੍ਰੋਗਰਾਮ ਇੱਥੇ ਆ, ਠੀਕ ਹੈ ਜੀ। ਉਸ ਤੋਂ ਬਾਅਦ ਲੈਂਗੁਏਜ ਟਰਾਂਸਲੇਟਰ ਹੈ ਇੱਥੇ, ਫਿਰ ਆਬਜੈਕਟ ਡਰਾਮਾ ਇਹ ਤੁਹਾਡਾ ਇਨਪੁਟ ਹੋਇਆ। ਉਸ ਤੋਂ ਬਾਅਦ ਇਹ ਅਸੈਂਬਲਰ ਦੇ ਵਿੱਚ ਗਿਆ, ਫਿਰ ਮਸ਼ੀਨ ਅੰਡਰਸਟੈਂਡੇਬਲ ਜਿਹੜਾ ਹੈਗਾ ਵਾ ਦੋਸਤੋ ਅੰਡਰਸਟੈਂਡੇਬਲ ਪ੍ਰੋਗਰਾਮ ਦੇ ਵਿੱਚ ਹੋ ਗਿਆ। ਪ੍ਰੋਗਰਾਮ ਇਨ ਅਸੈਂਬਲੀ ਲੈਂਗੁਏਜ, ਅਸੈਂਬਲਰ, ਮਸ਼ੀਨ ਅੰਡਰਸਟੈਂਡੇਬਲ ਪ੍ਰੋਗਰਾਮ। ਤਾਂ ਇਸ ਤਰ੍ਹਾਂ ਇਹ ਸਿਸਟਮ ਕੁਛ ਚੱਲਦਾ ਹੈ। ਉਸ ਤੋਂ ਬਾਅਦ ਦੋਸਤੋ ਆਪਣਾ ਐਲਗੋਰਿਥਮ ਦੇ ਬਾਰੇ ਸੀਗਾ, ਕ੍ਰੀਏਟਿੰਗ ਐਲਗੋਰਿਥਮ ਇਜ਼ ਅ ਬੇਸਿਕ ਰਿਕੁਆਇਰਮੈਂਟ ਇਨ ਕੰਪਿਊਟਰ ਪ੍ਰੋਗਰਾਮਿੰਗ। ਭਾਈ ਜਿਹੜਾ ਹੈਗਾ ਐਲਗੋਰਿਥਮ ਬਣਾਉਣਾ ਕੰਪਿਊਟਰ ਪ੍ਰੋਗਰਾਮ ਦੀ ਮੁੱਢਲੀ ਜਿਹੜੀ ਹੈਗੀ ਆ ਦੋਸਤੋ ਜ਼ਰੂਰਤ ਹੈ। ਉਸ ਤੋਂ ਬਾਅਦ ਹੈ ਆਪਣਾ ਦਿਸ ਇਜ਼ ਸਟੈਪ ਬਾਏ ਸਟੈਪ ਡਿਸਕ੍ਰਿਪਸ਼ਨ ਹਾਊ ਟੂ ਸੋਲਵ ਅ ਗਿਵਨ ਪ੍ਰੋਬਲਮ। ਇਹ ਦਿੱਤੀ ਗਈ ਜਿਹੜੀ ਹੈਗਾ ਸਮੱਸਿਆ ਨੂੰ ਕਿਵੇਂ ਹੱਲ ਕਰਨਾ ਹੈ, ਇਸ ਦਾ ਜਿਹੜਾ ਹੈਗਾ ਵਾ ਕਦਮ ਦਰ ਕਦਮ ਇੱਕ ਵੇਰਵਾ ਹੁੰਦਾ ਹੈ। ਠੀਕ ਹੈ ਜੀ। ਤੇ ਉਸ ਤੋਂ ਬਾਅਦ ਕੀ ਹੈ, ਹਾਊ ਟੂ ਸੋਲਵ ਇਨ ਗਿਵਨ ਐਨ ਐਲਗੋਰਿਥਮ ਹੈਜ਼ ਅ ਲਿਮਿਟਡ ਸਟੈਪ ਐਂਡ ਇਟ ਸ਼ੁੱਡ ਆਲਵੇਜ਼ ਪ੍ਰੋਡਿਊਸ ਸਮ ਰਾਈਟ ਔਰ ਰੋਂਗ ਰਿਜ਼ਲਟ। ਇੱਕ ਐਲਗੋਰਿਥਮ ਸੀਮਿਤ ਕਦਮ ਹੁੰਦੇ ਹਨ ਅਤੇ ਇਸਦੇ ਇਹ ਸਹੀ ਜਾਂ ਫਿਰ ਗਲਤ ਨਤੀਜੇ ਦਾ ਹਰ ਹੱਲ ਨਿਕਲਦਾ ਹੈ। ਉਸ ਤੋਂ ਬਾਅਦ ਦੋਸਤੋ ਕੀ ਹੈ ਆਪਣਾ, ਬਿਫੋਰ ਕ੍ਰੀਏਟਿੰਗ creating a program, a programmer first set the algorithm and algorithm should be have the following features। यानी कि दोस्तों एक प्रोग्राम बनाने तो पहला एक प्रोग्राम पहला ਜਿਹੜਾ ਹੈਗਾ ਐਲਗੋਰਿਥਮ ਸੈੱਟ ਕਰਦਾ ਹੈ। ਇੱਕ ਜਿਹੜਾ ਹੈਗਾ ਦੋਸਤੋ ਆਪਣਾ ਐਲਗੋਰਿਥਮ ਵਿੱਚ ਹੇਠ ਲਿਖੀਆਂ ਵਿਸ਼ੇਸ਼ਤਾਵਾਂ ਹੋਣੀਆਂ ਚਾਹੀਦੀਆਂ ਹਨ। ਕੀ ਆਪਣਾ ਐਵਰੀ ਸਟੈਪ ਮਸਟ ਬੀ ਐਕੂਰੇਟ। ਠੀਕ ਹੈ ਜੀ, ਯਾਨੀ ਕਿ ਹਰ ਕਦਮ ਸਹੀ ਹੋਣਾ ਚਾਹੀਦਾ ਹੈ। ਐਵਰੀ ਸਟੈਪ ਸ਼ੁੱਡ ਬੀ ਕਲੀਅਰ ਵਿਚ ਮੀਨ ਇਟ ਸ਼ੁੱਡ ਨਾਟ ਐਂਬੀਜੀਅਸ। ਯਾਨੀ ਕਿ ਵੀ ਜਿਹੜਾ ਹੈਗਾ ਵਾ ਹਰ ਕਦਮ ਸਪਸ਼ਟ ਹੋਣਾ ਚਾਹੀਦਾ, ਅਰਥਾਤ ਇਸ ਦਾ ਜਿਹੜਾ ਹੈਗਾ ਦੋਹਰਾ ਅਰਥ ਯਾਨੀ ਕਿ ਡਬਲ ਜਿਹੜਾ ਹੈਗਾ ਵਾ ਮੀਨਿੰਗ ਨਹੀਂ ਹੋਣਾ ਚਾਹੀਦਾ ਹੈ। ਉਸ ਤੋਂ ਬਾਅਦ ਹੈ ਆਪਣਾ ਇਨਪੁਟ ਐਂਡ ਆਊਟਪੁੱਟ ਸ਼ੁੱਡ ਬੀ ਕੇਅਰਫੁਲੀ ਡਿਟਰਮਾਈਨਡ। ਇਨਪੁਟ ਅਤੇ ਜਿਹੜਾ ਹੈਗਾ ਆਊਟਪੁੱਟ ਨੂੰ ਸਾਵਧਾਨੀ ਨਾਲ ਨਿਰਧਾਰਿਤ ਕਰਨਾ ਚਾਹੀਦਾ ਹੈ। ਉਸ ਤੋਂ ਬਾਅਦ ਸਟੈਪ ਸ਼ੁੱਡ ਨਾਟ ਰਿਪੀਟਡ ਇਨਡੈਫੀਨਿਟਲੀ, ਯਾਨੀ ਕਿ ਕਦਮਾਂ ਨੂੰ ਅਨਿਸ਼ਚਿਤ ਸਮੇਂ ਲਈ ਦੁਹਰਾਇਆ ਜਾਣਾ ਨਹੀਂ ਚਾਹੀਦਾ ਹੈ। ਠੀਕ ਹੈ ਜੀ, ਨੋਟ ਹੈ ਇੱਥੇ। ਉਸ ਤੋਂ ਬਾਅਦ ਆਫਟਰ ਇੰਪਲੀਮੈਂਟਿੰਗ ਦਾ ਸਟੈਪ ਦਾ ਰਿਕੁਆਇਰਡ ਆਊਟਪੁੱਟ ਸ਼ੁੱਡ ਬੀ ਓਬਟੇਨਡ ਇਨ ਐਨੀ ਕੇਸ। ਕਦਮਾਂ ਨੂੰ ਜਿਹੜਾ ਹੈਗਾ ਵਾ ਦੋਸਤੋ ਸਟੈਪਸ ਨੂੰ ਇਹ ਲਾਗੂ ਕਰਨ ਤੋਂ ਬਾਅਦ ਲੋੜੀਂਦਾ ਆਊਟਪੁੱਟ ਜਿਹੜਾ ਹੈਗਾ ਹਰ ਸਾਲ। ਠੀਕ ਹੈ ਜੀ, ਦੁਬਾਰਾ ਰੀਡ ਕਰਦੇ ਹਾਂ ਇਸ ਪ੍ਰਸ਼ਨ ਨੂੰ। ਆਫਟਰ ਇੰਪਲੀਮੈਂਟਿੰਗ ਦਾ ਸਟੈਪਸ, ਯਾਨੀ ਕਿ ਇਹ ਜਿਹੜੇ ਕਦਮਾਂ ਨੂੰ ਲਾਗੂ ਕਰਨ ਤੋਂ ਬਾਅਦ ਦਾ ਰਿਕੁਆਇਰਡ ਆਊਟਪੁੱਟ ਸ਼ੁੱਡ ਬੀ ਓਬਟੇਨਡ ਇਨ ਐਨੀ ਕੇਸ। ਤਾਂ ਲੋੜੀਂਦਾ ਆਊਟਪੁੱਟ ਹਰ ਹਾਲ ਵਿੱਚ ਜਿਹੜਾ ਹੈਗਾ ਪ੍ਰਾਪਤ ਹੋਣਾ ਚਾਹੀਦਾ ਹੈ। ਤਾਂ ਇਹ ਤੁਹਾਡਾ ਪ੍ਰਸ਼ਨ ਦਾ ਆਨਸਰ ਹੋ ਗਿਆ। ਇਸ ਤੋਂ ਬਾਅਦ ਦੋਸਤੋ ਦੇਖ ਲਓ ਹੁਣ ਕੁਝ ਵੀ ਨਹੀਂ ਬਚਿਆ ਹੈ ਥੱਲੇ, ਸਾਰਾ ਦਾ ਸਾਰਾ ਪੇਪਰ ਜਿਹੜਾ ਹੈਗਾ ਅਸੀਂ ਹੱਲ ਕਰਕੇ ਤੁਹਾਡੇ ਸਾਹਮਣੇ ਜਿਹੜਾ ਹੈਗਾ ਥੱਲੇ ਰੱਖ ਦਿੱਤਾ ਐਲਗੋਰਿਥਮ ਤੱਕ। ਆਹ ਸੀਗਾ ਇੰਗਲਿਸ਼ ਮੀਡੀਅਮ ਦੇ ਵਿੱਚ ਦੋਸਤੋ ਵਿਦਿਆਰਥੀਆਂ ਦੇ ਲਈ ਪ੍ਰਸ਼ਨ ਪੱਤਰ ਦਾ ਕੰਪਿਊਟਰ ਦਾ। ਠੀਕ ਹੈ ਜੀ, ਪੂਰਾ ਹੱਲ। ਬਾਕੀ ਪੰਜਾਬੀ ਮੀਡੀਅਮ ਦੇ ਵਿੱਚ ਮੈਂ ਪਹਿਲਾਂ ਹੀ ਕਰਾਇਆ ਹੋਇਆ, ਜਿਨ੍ਹਾਂ ਨੇ ਨਹੀਂ ਕੀਤਾ ਕਰ ਲੈਣ, ਉਹ ਇਹ ਵਾਲਾ ਸੀ। ਠੀਕ ਹੈ ਦੋਸਤੋ, ਪੰਜਾਬੀ ਮੀਡੀਅਮ ਦੇ ਵਿਦਿਆਰਥੀਆਂ ਦੇ ਲਈ ਆਹ ਵਾਲਾ ਪ੍ਰਸ਼ਨ ਪੱਤਰ ਜਿਹੜਾ ਹੈਗਾ ਦੇਖ ਲਓ, ਪਹਿਲਾਂ ਤੋਂ ਹੀ ਸੋਲਵ ਆ। ਜਿਨ੍ਹਾਂ ਨੇ ਵੀਡੀਓ ਨਹੀਂ ਦੇਖਿਆ ਵੀਡੀਓ ਨੰਬਰ 1 ਦੇਖ ਲੈਣ। ਵੀਡੀਓ ਨੰਬਰ 1 ਦੇ ਵਿੱਚ ਅਸੀਂ ਪੰਜਾਬੀ ਮੀਡੀਅਮ ਦੇ ਵਿੱਚ ਪੂਰਾ ਹੱਲ ਕਰਾਇਆ ਹੋਇਆ। ਜਿਨ੍ਹਾਂ ਨੇ ਵੀਡੀਓ ਨੰਬਰ 1 ਨਹੀਂ ਦੇਖੀ ਆ ਵੀਡੀਓ ਨੰਬਰ 1 ਦੇਖ ਲੈਣ। ਫਿਰ ਜਿਹੜਾ ਹੈਗਾ ਵਾ ਇਹ ਇੰਗਲਿਸ਼ ਵਾਲਾ ਤੁਸੀਂ ਦੇਖਿਓ, ਦੋਨੋਂ ਹੀ ਇਕੱਠੇ ਨੇ ਕੁਐਸਚਨ ਪੇਪਰ, ਤੁਸੀਂ ਦੇਖ ਲਓ ਚਾਹੇ। ਠੀਕ ਹੈ ਜੀ, ਤਾਂ ਅਸੀਂ ਪੂਰਾ ਹੀ ਆਨਸਰ ਜਿਹੜੇ ਹੈਗੇ ਇੰਗਲਿਸ਼ ਅਤੇ ਪੰਜਾਬੀ ਮੀਡੀਅਮ ਦੋਨਾਂ ਦੇ ਵਿੱਚ ਤੁਹਾਡੇ ਹੱਲ ਕਰਾ ਕੇ ਤੁਹਾਡੇ ਸਾਹਮਣੇ ਪੇਸ਼ ਕਰ ਦਿੱਤੇ ਹਨ। ਓਕੇ ਦੋਸਤੋ, ਚਲੋ ਠੀਕ ਹੈ ਜੀ, ਆਲ ਦਾ ਬੈਸਟ ਤੁਹਾਡੇ ਐਗਜ਼ਾਮ ਦੇ ਲਈ। ਬਾਕੀ ਤੁਸੀਂ ਵੀਡੀਓ ਪੰਜਾਬੀ ਦੇ ਵਿੱਚ ਵੀ ਦੇਖ ਲਓ, ਉਸ ਦਾ ਲਿੰਕ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਹੈਗਾ ਵਾ।